ਹੈਲੋ एवरीवन ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ ਜਾਂ ਮੈਥ ਮਾਸਟਰ ਕੈਡ ਦੇ ਲਈ ਤਾਂ ਜਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ। ਬਹੁਤ ਜ਼ਿਆਦਾ ਹੈਲਪਫੁਲ ਹੋਏਗਾ ਤੁਹਾਡੇ ਲਈ ਇਹ, ਠੀਕ ਹੈ। ਜਿਵੇਂ ਕਿ ਅੱਜ ਤੁਸੀਂ ਦੇਖ ਕੇ ਸਮਝ ਹੀ ਗਏ ਹੋਵੋਗੇ ਕਿ ਅੱਜ ਦਾ ਜੋ ਟੌਪਿਕ ਹੈ ਉਹ ਵੀ ਨਿਊਮੈਰੀਕਲ ਐਨਾਲਿਸਿਸ ਦਾ ਨੈਕਸਟ ਜੋ ਸਬ ਟੌਪਿਕ ਆਪਾਂ ਕਹਿ ਸਕਦੇ ਆ ਉਹ ਰਹਿਣ ਵਾਲਾ ਹੈ, ਜਿਹਦਾ ਨਾਮ ਹੈ ਇੰਟਰਪੋਲੇਸ਼ਨ। ਇੰਟਰਪੋਲੇਸ਼ਨ ਮੀਨਸ ਹੈ ਜਿਹੜਾ ਕਿ ਜਿਹਦੇ ਵਿੱਚ ਕਵਰ ਹੋ ਜਾਂਦੇ ਆ ਫੋਰਵਰਡ ਡਿਫਰੈਂਸ, ਬੈਕਵਰਡ ਡਿਫਰੈਂਸ, ਠੀਕ ਹੈ। ਤਾਂ ਕਾਫੀ ਕੁਛ ਅੱਜ ਆਪਾਂ ਇਸ ਟੌਪਿਕ ਦੇ ਵਿੱਚ ਸਟੱਡੀ ਕਰਾਂਗੇ, ਕੰਪਲੀਟ ਕਰ ਲਾਵਾਂਗੇ ਇਸ ਵੀਡੀਓ ਦੇ ਵਿੱਚ ਇਸ ਟੌਪਿਕ ਨੂੰ। ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਾਂਗੇ ਕਿ ਇੰਟਰਪੋਲੇਸ਼ਨ ਹੁੰਦਾ ਕੀ ਹੈ, ਠੀਕ ਹੈ। ਫਿਨਾਈਟ ਡਿਫਰੈਂਸ ਜਿਹੜੇ ਕਿ 3 ਟਾਈਪਸ ਦੇ ਹੁੰਦੇ ਆ, ਫੋਰਵਰਡ, ਬੈਕਵਰਡ, ਠੀਕ ਹੈ ਜੀ, ਸੈਂਟਰਲ ਹੋ ਗਿਆ, ਅਤੇ ਕਿਹੜੇ ਕਿਹੜੇ ਆਪਰੇਟਰਸ ਹੁੰਦੇ ਆ, ਕਿਵੇਂ ਇੱਕ ਦੂਜੇ ਨਾਲ ਉਹਨਾਂ ਦਾ ਰਿਲੇਸ਼ਨ ਹੈ, ਹਰ ਇੱਕ ਚੀਜ਼ ਨੂੰ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ, ਠੀਕ ਹੈ। ਔਰ ਅਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰ ਸਕਦੇ ਹੋ ਇਸ ਚੈਨਲ ਨੂੰ, ਮਾਸਟਰ ਕੈਡਰ ਮੈਥ। ਔਰ ਜੇਕਰ ਤੁਸੀਂ ਪੀ ਜਾਂ ਸੀ ਦੀ ਤਿਆਰੀ ਕਰ ਰਹੇ ਹੋ, ਪੀ ਐਸ ਟੈਟ ਜਾਂ ਸੀ ਟੈਟ ਦੀ, ਤਾਂ ਉਹਦੇ ਲਈ ਵੀ ਪੂਰਾ ਹੈਲਪਫੁਲ ਹੈਗਾ ਇਹ ਚੈਨਲ ਤੁਹਾਡੇ ਲਈ। ਪਲੇਲਿਸਟ ਤੁਸੀਂ ਚੈੱਕ ਕਰ ਸਕਦੇ ਹੋ, ਉੱਥੇ ਮਿਲ ਜਾਏਗਾ ਤੁਹਾਨੂੰ ਸਾਰਾ ਮਟੀਰੀਅਲ। ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਬਿਲਕੁਲ ਇੱਕ ਹੋਰ ਇਨਫੋਰਮੇਸ਼ਨ ਮੈंने ਸੋਚਿਆ ਮੈਂ ਤੁਹਾਨੂੰ ਪਹਿਲਾਂ ਦੇ ਦੇਵਾਂ। ਇਸ ਤੋਂ ਬਾਅਦ ਆਪਾਂ MCQs ਨੂੰ ਡਿਸਕਸ ਕਰਾਂਗੇ, ਜਿਹੜੇ ਵੀ 3 ਟੌਪਿਕ ਆਪਾਂ ਸਬ ਟੌਪਿਕ ਕੀਤੇ ਹੈ, ਠੀਕ ਹੈ। ਉਸ ਦੇ ਨਾਲ ਰਿਲੇਟਡ ਜਿੰਨੇ ਵੀ MCQs ਹੋਣਗੇ ਪਹਿਲਾਂ ਆਪਾਂ ਉਹਨਾਂ ਨੂੰ ਡਿਸਕਸ ਕਰਾਂਗੇ, ਠੀਕ ਹੈ। ਆਫਟਰ ਦੈਟ ਨਿਊ ਟੌਪਿਕ ਜੋ ਹੈ ਉਹ ਸਟਾਰਟ ਕੀਤਾ ਜਾਏਗਾ, ਕਿਉਂਕਿ ਨਿਊਮੈਰੀਕਲ ਐਨਾਲਿਸਿਸ ਦੇ ਵਿੱਚ ਇਹਨਾਂ ਤੋਂ ਇਲਾਵਾ ਹੋਰ ਕੁਝ ਵੀ ਇੰਨਾ ਜ਼ਿਆਦਾ ਕੋਈ ਖਾਸ ਇੰਪੋਰਟੈਂਟ ਨਹੀਂ ਹੈ। ਜੋ ਛੋਟੇ ਟੌਪਿਕ ਹੈ ਜੋ ਕਿ ਆਪਣੇ ਸਿਲੇਬਸ ਦੇ ਵਿੱਚ ਮੈਂਸ਼ਨ ਨੇ ਹੈਗੇ ਆ, ਉਹਨਾਂ ਨੂੰ ਇੱਕ ਅਲੱਗ ਤੋਂ ਵੀਡੀਓ ਦੇ ਵਿੱਚ ਡਿਸਕਸ ਕੀਤਾ ਜਾਊਗਾ, ਠੀਕ ਹੈ। ਸਕਿਪ ਨਹੀਂ ਕਰਾਂਗੇ ਉਹਨਾਂ ਨੂੰ, ਬਟ ਪੂਰਾ ਇਹਨਾਂ ਨੂੰ ਡਿਸਕਸ ਕਰਾਂਗੇ। ਬਟ ਉਸ ਤੋਂ ਪਹਿਲਾਂ ਇੱਕ ਵਾਰੀ ਆਪਾਂ ਇਹਨਾਂ ਦੇ MCQ ਕਰਕੇ ਥੋੜ੍ਹਾ ਨੈਕਸਟ ਟੌਪਿਕ ਵੱਲ ਮੂਵ ਔਨ ਕਰਾਂਗੇ। ਔਰ ਜੋ ਛੋਟੇ ਟੌਪਿਕ ਰਹਿੰਦੇ ਆ ਆਪਣੇ, ਠੀਕ ਹੈ, ਜੋ ਕਿ ਇੱਕ ਵੀਡੀਓ ਦੇ ਵਿੱਚ ਮੇਰੇ ਅਕੋਰਡਿੰਗ ਈਜ਼ੀਲੀ ਸਾਰੇ ਕਵਰ ਹੋ ਜਾਣੇ ਆ, ਠੀਕ ਹੈ। ਉਹਨਾਂ ਨੂੰ ਇੱਕ ਅਲੱਗ ਤੋਂ ਵੀਡੀਓ ਬਣਾ ਕੇ, ਰਿਕਾਰਡਡ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਊਗਾ। ਔਰ ਗੱਲ ਕਰੀਏ ਜੋ MCQs ਦੀ ਰਿਕਾਰਡਡ ਇਸ ਲਈ ਬੋਲ ਰਹੀ ਹਾਂ ਮੈਂ ਕਿ ਅੱਜ ਤੋਂ ਬਾਅਦ ਜੋ ਵੀ ਆਪਣੀ ਕਲਾਸਿਸ ਹੋਣਗੀਆਂ ਜ਼ੂਮ ਐਪ 'ਤੇ ਆਪਾਂ ਲਗਾਵਾਂਗੇ, ਠੀਕ ਹੈ ਜੀ, ਜਿਹਦਾ ਲਿੰਕ ਤੁਹਾਨੂੰ ਗਰੁੱਪ ਦੇ ਵਿੱਚ ਸੈਂਡ ਕਰ ਦਿੱਤਾ ਜਾਊਗਾ ਜ਼ੂਮ ਐਪ ਤੋਂ ਜੋ ਵੀ ਮੀਟਿੰਗ ਹੋਏਗੀ, ਠੀਕ ਹੈ। ਇਸ ਦੇ ਨਾਲ ਹੀ ਜਿਹੜੇ ਹੁਣ MCQs ਹੋਣਗੇ, ਜੇਕਰ ਹਾਲੇ ਤੱਕ ਤੁਸੀਂ ਨਿਊਮੈਰੀਕਲ ਐਨਾਲਿਸਿਸ ਦੇ ਜਿਹੜੇ 3 ਟੌਪਿਕ ਆਪਾਂ ਕੀਤੇ ਆ ਉਹ ਨਹੀਂ ਕੀਤੇ ਤਾਂ ਕਰ ਲਓ, ਕਿਉਂਕਿ ਜਿਹੜੇ ਆਪਾਂ MCQs ਕਰਾਂਗੇ ਇਹਨਾਂ ਨਾਲ ਰਿਲੇਟਡ ਹੋਣਗੇ, ਠੀਕ ਹੈ। ਤੁਸੀਂ MCQ ਤਾਂ ਹੀ ਸੋਲਵ ਕਰ ਪਾਓਗੇ ਜੇ ਤੁਹਾਡੇ ਟੌਪਿਕ ਕਲੀਅਰ ਹੋਣਗੇ, ਠੀਕ ਹੈ। ਤਾਂ ਬਿਲਕੁਲ ਜ਼ੂਮ ਐਪ 'ਤੇ ਇੱਕ ਲਾਈਵ ਕਲਾਸ ਲਗਾਈ ਜਾਏਗੀ, ਠੀਕ ਹੈ, ਜਿਹਦੇ ਵਿੱਚ ਆਪਾਂ ਪ੍ਰੋਪਰਲੀ MCQs ਨੂੰ ਡਿਸਕਸ ਕਰਾਂਗੇ ਔਰ ਰਿਕਾਰਡਡ ਵੀਡੀਓ ਵੀ ਤੁਹਾਡੇ ਲਈ YouTube 'ਤੇ ਅਪਲੋਡ ਕਰ ਦਿੱਤੀ ਜਾਏਗੀ, ਠੀਕ ਹੈ ਜੀ। ਤਾਂ ਕਾਫੀ ਦੇਖਾਂਗੇ ਇਸ ਚੀਜ਼ ਨੂੰ ਆਪਾਂ ਜੋ ਲਿੰਕ ਹੈ ਉਹ ਵੀ ਗਰੁੱਪ ਦੇ ਵਿੱਚ ਸ਼ੇਅਰ ਕਰ ਦਿੱਤਾ ਜਾਊਗਾ। ਇਸ ਲਈ ਜੇਕਰ ਤੁਸੀਂ ਫਸਟ ਟਾਈਮ ਆ ਰਹੇ ਹੋ, ਗਰੁੱਪ ਦੇ ਵਿੱਚ ਐਡ ਨਹੀਂ ਹੈਗੇ ਤੁਸੀਂ, ਤਾਂ ਹੋ ਸਕਦੇ ਹੋ, ਠੀਕ ਹੈ। ਲਿੰਕ ਜੋ ਹੈ ਗਰੁੱਪ ਦਾ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ, ਉੱਥੇ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ, ਠੀਕ ਹੈ ਜੀ। ਤਾਂ ਬਿਲਕੁਲ ਦੇਖਦੇ ਹਾਂ, ਚਲੋ ਟੌਪਿਕ ਨੂੰ ਸ਼ੁਰੂ ਕਰਦੇ ਹਾਂ। ਔਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਤੁਸੀਂ ਪੁੱਛ ਸਕਦੇ ਹੋ, ਕਲੀਅਰ। ਤਾਂ ਟਾਈਮਿੰਗ ਵਗੈਰਾ ਸਾਰਾ ਕੁਝ ਤੁਹਾਡੇ ਨਾਲ ਗਰੁੱਪ ਦੇ ਵਿੱਚ ਸ਼ੇਅਰ ਕਰ ਦਿੱਤਾ ਜਾਏਗਾ, ਕਲੀਅਰ। ਤਾਂ ਬਿਲਕੁਲ ਦੇਖਦੇ ਹਾਂ, ਟੌਪਿਕ ਨੂੰ ਸਟਾਰਟ ਕਰਦੇ ਹਾਂ ਅੱਜ ਜੋ ਰਹਿਣ ਵਾਲਾ ਹੈ, ਠੀਕ ਹੈ। ਆਫਟਰ ਦੈਟ ਜ਼ਰੂਰ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਜੋ ਨੈਕਸਟ ਟੌਪਿਕ ਹੋਏਗਾ ਉਹ ਕਿਹੜਾ ਸਟਾਰਟ ਕੀਤਾ ਜਾਵੇ, ਠੀਕ ਹੈ। ਤਾਂ ਇਹ ਤਾਂ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਐਕਸਟਰਾ ਜੀ ਵੀਡੀਓ ਬਣਾ ਕੇ ਜੋ ਵੀ ਐਕਸਟਰਾ ਟੌਪਿਕ ਹੋਣਗੇ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਏਗੀ। ਔਰ ਹਰ ਇੱਕ ਵੀਡੀਓ ਆਫਟਰ ਦੈਟ ਲਾਈਵ ਹੀ ਲੱਗੇਗੀ ਜ਼ੂਮ ਐਪ ਦੇ ਉੱਪਰ। ਤਾਂ ਉਮੀਦ ਹੈ ਤੁਸੀਂ ਆਪਣੀ ਜੋ ਟਾਈਮਿੰਗ ਉਹ ਵੀ ਮੇਰੇ ਨਾਲ ਸ਼ੇਅਰ ਕਰ ਦਿਓ। ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ, ਅਤੇ ਨਹੀਂ ਫਿਰ ਆਪਾਂ ਖੁਦ ਟਾਈਮਿੰਗ ਸੈੱਟ ਕਰ ਲਵਾਂਗੇ, ਠੀਕ ਹੈ ਜੀ। ਤਾਂ ਚਲੋ ਦੇਖਦੇ ਹਾਂ ਫਿਰ ਟੌਪਿਕ ਨੂੰ। ਇੰਟਰਪੋਲੇਸ਼ਨ ਜੋ ਕਿ ਅੱਜ ਦਾ ਟੌਪਿਕ ਹੈ ਜੀ। ਦੇਖੋ ਇੰਟਰਪੋਲੇਸ਼ਨ ਯੂਜ਼ ਕਿੱਥੇ ਕੀਤਾ ਜਾਂਦਾ, ਪਹਿਲਾਂ ਤਾਂ ਇਹੀ ਇੰਪੋਰਟੈਂਟ ਜੀ ਕੁਐਸਚਨ ਬਣ ਜਾਂਦਾ ਕਿ ਇੰਟਰਪੋਲੇਸ਼ਨ ਹੈ ਕੀ, ਯੂਜ਼ ਕਿਉਂ ਕੀਤਾ ਜਾਂਦਾ, ਕਿੱਥੇ ਕੀਤਾ ਜਾਂਦਾ, ਉਹ ਸਾਰਾ ਕੁਛ, ਠੀਕ ਹੈ। ਤਾਂ ਆਪਾਂ ਦੇਖ ਪਾ ਰਹੇ ਹਾਂ ਕਿ ਇੰਟਰਪੋਲੇਸ਼ਨ ਇੱਕ ਵੈਲਿਊ ਹੁੰਦੀ ਹੈ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਇਸ ਨੂੰ ਥੋੜ੍ਹਾ ਪ੍ਰੈਕਟੀਕਲ ਵੇ ਨਾਲ ਸਮਝ ਲੈਂਦੇ ਹਾਂ। ਫੋਰ ਐਗਜ਼ਾਮਪਲ ਇੱਥੇ ਜਿਵੇਂ ਕਿ ਮੇਰੇ ਕੋਲ ਟੇਬਲ ਗਿਵਨ ਹੈ, ਠੀਕ ਹੈ। ਟੇਬਲ ਦੇ ਵਿੱਚ ਮੈਂ ਕੀ ਦੇਖ ਪਾ ਰਹੀ ਹਾਂ ਕਿ ਮੈਨੂੰ 1970 ਦੀ ਪੋਪੂਲੇਸ਼ਨ ਪਤਾ ਹੈ, 1980 ਦੇ ਵਿੱਚ ਕਿੰਨੀ ਪੋਪੂਲੇਸ਼ਨ ਸੀ, 1990 ਦੇ ਵਿੱਚ ਕਿੰਨੀ ਪੋਪੂਲੇਸ਼ਨ ਸੀ, 2000 ਦੇ ਵਿੱਚ ਕਿੰਨੀ ਪੋਪੂਲੇਸ਼ਨ ਸੀ। ਮੈਨੂੰ ਹਰ ਇੱਕ ਦੇ ਈਅਰ ਦੇ 10 ਈਅਰ ਦੇ ਗੈਪ ਨਾਲ ਮੈਨੂੰ ਨੌਲੇਜ ਹੈ, ਠੀਕ ਹੈ। ਬਟ ਅਗਰ ਇੱਥੇ ਮੈਂ ਗੱਲ ਕਰ ਦੇਵਾਂ ਕਿ ਮੈਨੂੰ ਤਾਂ ਨਹੀਂ ਪਤਾ ਕਿ 1985 ਦੇ ਵਿੱਚ ਕਿੰਨੀ ਪੋਪੂਲੇਸ਼ਨ ਸੀ ਜਾਂ 1987 'ਚ ਕਿੰਨੀ ਸੀ, ਜੇ ਅਗਰ ਗੱਲ ਕਰਾਂ 1975 'ਚ ਕਿੰਨੀ ਸੀ, ਠੀਕ ਹੈ। ਹੁਣ ਹਰ ਇੱਕ ਸਾਲ ਦੇ ਵਿੱਚ ਤਾਂ ਨਹੀਂ ਪੋਪੂਲੇਸ਼ਨ ਕਾਊਂਟ ਕੀਤੀ ਜਾਂਦੀ, ਠੀਕ ਹੈ, ਕੁਝ ਗੈਪ ਦੇ ਨਾਲ ਕੀਤੀ ਜਾਂਦੀ ਹੈ। ਇਹ ਮੈਂ ਇੱਕ ਐਗਜ਼ਾਮਪਲ ਨਾਲ ਬੋਲ ਰਹੀ ਹਾਂ ਕਿ ਅਗਰ ਕਿਸੇ ਵੀ ਟੇਬਲ ਦੇ ਵਿੱਚ ਆਪਾਂ ਨੂੰ ਡਾਟਾ ਗਿਵਨ ਹੈ ਔਰ ਆਪਾਂ ਵਿੱਚ ਵਾਲਾ ਡਾਟਾ ਫਾਈਂਡ ਆਊਟ ਕਰਨਾ ਚਾਹੁੰਦੇ ਹਾਂ। ਫੋਰ ਐਗਜ਼ਾਮਪਲ 80 ਦਾ ਮੈਨੂੰ ਪਤਾ ਹੈ, 90 ਦਾ ਮੈਨੂੰ ਪਤਾ ਹੈ, ਔਰ ਮੈਂ 85 ਜਾਂ 87 ਦਾ ਮੈਂ ਫਾਈਂਡ ਆਊਟ ਕਰਨਾ ਚਾਹੁੰਦੀ ਹਾਂ, ਤਾਂ ਇੱਥੇ ਮੈਂ ਕੀ ਕਰਾਂਗੀ, ਇੰਟਰਪੋਲੇਸ਼ਨ ਮੈਥਡਸ ਨੂੰ ਯੂਜ਼ ਕਰਾਂਗੀ, ਜਿਹਦੇ ਨਾਲ ਮੈਂ ਈਜ਼ੀਲੀ ਆਪਣਾ ਡਾਟਾ ਜੋ ਹੈ ਉਹ ਫਾਈਂਡ ਆਊਟ ਕਰ ਸਕਦੀ ਹਾਂ, ਠੀਕ ਹੈ। ਤਾਂ ਇਹਨਾਂ ਚੀਜ਼ਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਇੰਟਰਪੋਲੇਸ਼ਨ ਮੈਥਡ ਨੂੰ, ਜੋ ਕਿ ਨਿਊਮੈਰੀਕਲ ਐਨਾਲਿਸਿਸ ਦਾ ਇੱਕ ਪਾਰਟ ਹੈ, ਠੀਕ ਹੈ। ਹੁਣ ਜ਼ਰੂਰੀ ਨਹੀਂ ਹੈ ਕਿ ਉਹ ਵਿੱਚ ਵਾਲੇ ਈਅਰਸ ਹੀ ਹੋਣ, ਠੀਕ ਹੈ। ਹੋ ਸਕਦਾ ਮੈਨੂੰ ਇੱਕ ਡਾਟਾ ਇੱਥੇ ਮਿਸਿੰਗ ਹੋਵੇ ਕਿ ਮੈਨੂੰ ਬਾਕੀ ਸਾਰਿਆਂ ਦੇ ਬਾਰੇ ਪੂਰਾ ਦਿੱਤਾ ਹੋਇਆ, ਫੋਰ ਐਗਜ਼ਾਮਪਲ ਇੱਥੇ ਕੁਝ ਵੀ ਹੋ ਸਕਦਾ ਹੈ, ਠੀਕ ਹੈ। ਹੁਣ ਮੈਨੂੰ 1970 ਬਾਰੇ ਇਨਫੋਰਮੇਸ਼ਨ ਨਹੀਂ ਪਤਾ, ਠੀਕ ਹੈ। ਸੋ ਉਹ ਮੇਰੇ ਕੋਲ ਹੋ ਸਕਦਾ ਕਿ ਮੇਰੇ ਕੋਲ ਕੁਝ ਡਾਟਾ ਮਿਸਿੰਗ ਹੋਵੇ ਜਾਂ ਵਿੱਚ ਵਾਲਾ ਡਾਟਾ ਹੋਵੇ, ਠੀਕ ਹੈ। ਉਹ ਡਿਪੈਂਡ ਕਰਦਾ ਆਪਣੇ ਕੁਐਸਚਨ ਦੇ ਉੱਪਰ। ਤਾਂ ਉੱਥੇ ਮੈਂ ਇਹ ਇੰਟਰਪੋਲੇਸ਼ਨ ਮੈਥਡ ਜੋ ਹੈ ਉਹ ਯੂਜ਼ ਕਰੂੰਗੀ, ਠੀਕ ਹੈ। ਇਸ ਲਈ ਤੁਸੀਂ ਦੇਖ ਸਕਦੇ ਹੋ ਮੈंने ਇੱਥੇ ਲਿਖਿਆ ਹੋਇਆ ਕਿ x ਦੀ ਵੈਲਿਊ x ਨੋਟ ਔਰ x n ਹੋਏਗੀ, ਉਹਨਾਂ ਦੇ ਵਿੱਚ ਵੀ ਹੋ ਸਕਦੀ ਹੈ, ਨਾਲ ਮੈंने ਇਕੁਅਲ ਟੂ ਦਾ ਸਾਈਨ ਪਾਇਆ, ਮਤਲਬ ਇਕੁਅਲ ਵੀ ਹੋ ਸਕਦੀ ਹੈ, ਠੀਕ ਹੈ। ਤੁਸੀਂ ਇੱਥੇ ਦੇਖ ਸਕਦੇ ਹੋ, ਅਤੇ ਨਾਲ ਆਪਣੇ ਕੋਲ y ਇਜ਼ ਇਕੁਅਲ ਟੂ ਕੋਈ ਵੀ ਫੰਕਸ਼ਨ ਆਫ x ਹੋਏਗਾ ਹੀ ਹੋਏਗਾ, ਠੀਕ ਹੈ।
ਇਹ ਤਾਂ ਹੈ ਇੰਟਰਪੋਲੇਸ਼ਨ ਕਿੱਥੇ ਯੂਜ਼ ਕੀਤਾ ਜਾਂਦਾ ਜੋ ਕਿ ਤੁਹਾਡੀ ਨੌਲੇਜ ਲਈ ਸੀ। ਠੀਕ ਹੈ, ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਇੰਟਰਪੋਲੇਸ਼ਨ ਮੈਥਡ ਕਿੱਦਾਂ ਹੁੰਦਾ। ਦੇਖੋ ਅਗਰ ਆਪਾਂ ਸਟਾਰਟਿੰਗ ਤੋਂ, ਹੁਣ ਜਿਵੇਂ ਮੈंने ਇੱਥੇ ਟੇਬਲ ਤੁਹਾਡੇ ਸਾਹਮਣੇ ਰੱਖਿਆ ਸੀਗਾ, ਇਸ ਟੇਬਲ ਦੇ ਵਿੱਚ ਦੇਖਾ ਅਗਰ ਮੈंने ਸਟਾਰਟਿੰਗ ਤੋਂ ਕੋਈ ਵੀ ਵੈਲਿਊ ਫਾइंड आउट करनी है तो ਉੱਥੇ ਮੈਂ ਫੋਰਵਰਡ ਇੰਟਰਪੋਲੇਸ਼ਨ ਲਗਾਵਾਂਗੀ। ਅਗਰ मैंने ਲਾਸਟ ਦੇ ਵਿੱਚੋਂ ਕਰਨੀ ਹੈ ਤਾਂ ਉੱਥੇ ਮੈਂ ਬੈਕਵਰਡ ਇੰਟਰਪੋਲੇਸ਼ਨ ਲਗਾਵਾਂਗੀ। ਅਗਰ मैंने ਟੇਬਲ ਤੋਂ ਬਾਹਰ ਕਰਨੀ ਹੈ, ਫੋਰ ਐਗਜ਼ਾਮਪਲ ਮੇਰੇ ਕੋਲ ਇੱਥੇ 2000 ਈਅਰ ਤੱਕ ਦੀ ਗੱਲ ਕੀਤੀ ਗਈ ਹੈ, ਜੇਕਰ ਮੈਂ ਕਹਾਂ ਕਿ मैंने ਤਾਂ 2005 ਈਅਰ ਫਾइंड आउट ਕਰਨਾ ਹੈ ਤਾਂ 2005 ਦੇ ਵਿੱਚ ਕਿੰਨੀ ਪੋਪੂਲੇਸ਼ਨ ਸੀ। ਹੁਣ ਅਗਰ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਜੋ ਡਾਟਾ मैंने ਇਸ ਈਅਰ ਦਾ ਫਾइंड ਕਰਨਾ ਹੈ ਇਹ ਟੇਬਲ ਤੋਂ ਤਾਂ ਬਾਹਰ ਹੋ ਗਿਆ ਨਾ। ਅਗਰ ਟੇਬਲ ਤੋਂ ਬਾਹਰ ਹੋ ਗਿਆ ਦੈਟਸ ਮੀਨ ਇੱਥੇ मैं ਕਿਹੜਾ ਮੈਥਡ ਲਗਾਵਾਂਗੀ, ਐਕਸਟ੍ਰਾਪੋਲੇਸ਼ਨ ਲਗਾਵਾਂਗੀ। ਠੀਕ ਹੈ, ਤਾਂ ਬਿਲਕੁਲ ਇਹ ਤਿੰਨ ਚੀਜ਼ਾਂ ਆਪਾਂ ਇੱਥੇ ਦੇਖ ਪਾ ਰਹੇ ਹਾਂ ਕਿ ਮਿਸਿੰਗ ਵੈਲਿਊਜ਼ ਫਾइंड ਕਰਨ ਲਈ ਕੀਤਾ ਜਾਂਦਾ ਇੰਟਰਪੋਲੇਸ਼ਨ ਨੂੰ ਯੂਜ਼। ਅਗਰ ਸਟਾਰਟਿੰਗ ਤੋਂ ਹੈ ਤਾਂ ਆਪਾਂ ਫੋਰਵਰਡ ਇੰਟਰਪੋਲੇਸ਼ਨ ਲਗਾਉਂਦੇ ਹਾਂ, ਲਾਸਟ ਤੋਂ ਹੈ ਤਾਂ ਆਪਾਂ ਬੈਕਵਰਡ ਇੰਟਰਪੋਲੇਸ਼ਨ ਲਗਾਉਂਦੇ ਹਾਂ, ਆਊਟਸਾਈਡ ਆਫ ਦ ਟੇਬਲ ਹੈ ਤਾਂ ਆਪਾਂ ਐਕਸਟ੍ਰਾਪੋਲੇਸ਼ਨ ਲਗਾਉਂਦੇ ਹਾਂ। ਤਾਂ ਇਹਨਾਂ ਚੀਜ਼ਾਂ ਤਿੰਨ ਨੂੰ ਧਿਆਨ 'ਚ ਰੱਖਣ ਦੀ ਥੋੜ੍ਹਾ ਜਿਹਾ ਲੋੜ ਹੈ ਕਿਉਂਕਿ ਬੇਸ ਜਿਹਾ ਹੋ ਜਾਂਦਾ ਇੱਕ ਜਸਟ, ਹੋਰ ਕੋਈ ਗੱਲ ਨਹੀਂ ਹੈ। ਔਰ ਉਹੀ ਚੀਜ਼ ਹੈ ਕਿ ਐਕਸ ਦੀ ਵੈਲਿਊ ਹੁਣ ਐਕਸ ਨੋਟ ਔਰ ਐਕਸ ਐਨ ਦੇ ਇਕੁਅਲ ਵੀ ਹੋ ਸਕਦੀ ਹੈ। ਠੀਕ ਹੈ, ਹੋ ਸਕਦਾ ਮੈਂ ਤੁਹਾਨੂੰ ਇੱਥੇ ਕਹਾਂ ਕਿ ਇਹ ਵੈਲਿਊ ਮੇਰੇ ਕੋਲ ਹੈ ਨਹੀਂ ਸੀ, ਇਹ ਮੈਨੂੰ ਫਾइंड आउट ਕਰਕੇ ਦਿਓ। ਠੀਕ ਹੈ, ਵੈਲਿਊ ਹੋ ਸਕਦੀ ਹੈ ਔਰ ਹੋ ਸਕਦਾ ਉਹਨਾਂ ਦੇ ਕਿਤੇ ਵਿੱਚ ਲਾਈ ਕਰਦੀ ਹੋਵੇ। ਠੀਕ ਹੈ, ਸੋ ਡਿਪੈਂਡ ਕਰਦਾ ਆਪਣੇ ਕੁਐਸਚਨ ਦੇ ਉੱਪਰ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਇਸ ਤੋਂ ਬਾਅਦ ਇੱਕ ਹੋਰ ਚੀਜ਼ ਆ ਜਾਂਦੀ ਹੈ ਜਿਸ ਨੂੰ ਆਪਾਂ ਬੋਲਦੇ ਹਾਂ ਫਿਨਾਈਟ ਡਿਫਰੈਂਸਿਸ, ਜੋ ਕਿ ਇੱਕ ਬਹੁਤ ਇੰਪੋਰਟੈਂਟ ਜਿਹੀ ਚੀਜ਼ ਹੋ ਜਾਂਦੀ ਹੈ। ਫਿਨਾਈਟ ਡਿਫਰੈਂਸ ਕੀ ਹੈ ਦੇਖ ਲੈਂਦੇ ਹਾਂ ਉਸ ਨੂੰ ਥੋੜ੍ਹਾ ਜਿਹਾ। ਕਹਿੰਦੇ ਜੋ ਫਿਨਾਈਟ ਡਿਫਰੈਂਸ ਹੈ, ਦੇਖੋ ਆਪਣੇ ਕੋਲ ਜੋ ਇੰਟਰਪੋਲੇਸ਼ਨ ਹੈ ਉਹ ਪੂਰਾ ਦਾ ਪੂਰਾ ਬੇਸਡ ਕਿਹਦੇ ਉੱਪਰ ਹੈ, ਫਿਨਾਈਟ ਡਿਫਰੈਂਸ ਦੇ ਇੱਕ ਉੱਪਰ ਬੇਸਡ ਹੈ। ਠੀਕ ਹੈ, ਹੁਣ ਇੱਥੋਂ ਆਪਣਾ ਜੋ ਮੇਨ ਟੌਪਿਕ ਹੈ ਉਹ ਸ਼ੁਰੂ ਹੋ ਜਾਂਦਾ। ਇੱਥੇ ਤੱਕ ਤਾਂ ਬੇਸ ਸੀਗਾ। ਜੋ ਆਪਣੀ ਇੰਟਰਪੋਲੇਸ਼ਨ ਹੈ ਪ੍ਰੋਪਰਲੀ ਕਿਹਦੇ ਉੱਪਰ ਬੇਸ ਹੈ, ਫਿਨਾਈਟ ਡਿਫਰੈਂਸ ਦੇ ਉੱਪਰ ਬੇਸ ਹੈ। ਹੁਣ ਫਿਨਾਈਟ ਡਿਫਰੈਂਸ ਅੱਗੇ ਕਿੰਨੇ ਟਾਈਪਸ ਦਾ ਹੁੰਦਾ, ਫਿਨਾਈਟ ਡਿਫਰੈਂਸ ਹੁੰਦਾ 3 ਟਾਈਪਸ ਦਾ। ਫੋਰਵਰਡ ਡਿਫਰੈਂਸ ਜਿਸ ਨੂੰ ਆਪਾਂ ਬੋਲ ਦਿੰਦੇ ਹਾਂ, ਬੈਕਵਰਡ ਡਿਫਰੈਂਸ ਜਿਸ ਨੂੰ ਆਪਾਂ ਬੋਲ ਦਿੰਦੇ ਹਾਂ, ਸੈਂਟਰਲ ਡਿਫਰੈਂਸ ਜਿਸ ਨੂੰ ਆਪਾਂ ਬੋਲ ਦਿੰਦੇ ਹਾਂ। ਫੋਰਵਰਡ, ਬੈਕਵਰਡ, ਸੈਂਟਰਲ, ਔਰ ਇਹੀ ਆਪਾਂ ਡਿਟੇਲ ਦੇ ਵਿੱਚ ਵਿਦ ਦਾ ਹੈਲਪ ਆਫ ਟੇਬਲ ਆ ਹੁਣ ਆਪਾਂ ਸਟੱਡੀ ਕਰਨ ਲੱਗੇ ਹਾਂ। ਠੀਕ ਹੈ ਜੀ, ਤਾਂ ਇੱਥੋਂ ਤੋਂ ਤੁਹਾਨੂੰ ਕਲੀਅਰ ਹੋ ਗਿਆ ਕਿ ਫਿਨਾਈਟ ਡਿਫਰੈਂਸ ਕਿੱਥੋਂ ਨਿਕਲ ਗਿਆ ਹੈ, ਕਿਉਂਕਿ ਉਹ ਬੇਸ ਇੰਟਰਪੋਲੇਸ਼ਨ ਕਿਹਦੇ ਉੱਪਰ ਬੇਸਡ ਹੈ, ਫਿਨਾਈਟ ਡਿਫਰੈਂਸ ਉੱਪਰ। ਔਰ ਇੰਟਰਪੋਲੇਸ਼ਨ ਕੀ ਹੈ, ਕਿਵੇਂ ਯੂਜ਼ ਕੀਤਾ ਜਾਂਦਾ ਉਹ ਆਪਾਂ ਦੇਖਿਆ। ਤੇ ਹੁਣ ਆਪਾਂ ਦੇਖ ਰਹੇ ਕਿ ਜੋ ਫਿਨਾਈਟ ਡਿਫਰੈਂਸ 3 ਟਾਈਪਸ ਦਾ ਹੁੰਦਾ, ਕੱਲੀ ਟਾਈਪ ਨੂੰ ਆਪਾਂ ਡਿਟੇਲ ਦੇ ਵਿੱਚ ਹੁਣ ਕੀ ਕਰਨ ਲੱਗਿਆ, ਡਿਸਕਸ ਕਰਨ ਲੱਗਿਆ। ਕਲੀਅਰ ਹੈ ਇਹ ਚੀਜ਼। ਤਾਂ ਚਲੋ ਫਸਟ ਟਾਈਪ ਵੱਲ ਦੇਖਦੇ ਹਾਂ ਜੋ ਕਿ ਆਪਣੀ ਫੋਰਵਰਡ ਡਿਫਰੈਂਸ। ਹੁਣ ਫੋਰਵਰਡ ਡਿਫਰੈਂਸ ਕੀ ਹੈ, ਕਿਵੇਂ ਇਹ ਯੂਜ਼ ਕੀਤਾ ਜਾਂਦਾ ਉਹ ਆਪਾਂ ਸਾਰਾ ਕੁਝ ਦੇਖ ਲੈਂਦੇ ਹਾਂ। 1 ਮਿੰਟ ਜੀ। ਤਾਂ ਇੱਥੇ ਆਪਾਂ ਦੇਖ ਪਾ ਰਹੇ ਹਾਂ ਫੋਰਵਰਡ ਡਿਫਰੈਂਸ। ਫੋਰਵਰਡ ਡਿਫਰੈਂਸ ਪਹਿਲਾਂ ਤਾਂ ਆਪਾਂ ਇੱਕ ਟੇਬਲ ਦੇਖਦੇ ਹਾਂ। ਇੱਥੇ ਤਾਂ ਟੇਬਲ ਤੁਹਾਡੇ ਕੋਲ ਬਣਿਆ ਹੀ ਹੋਇਆ, ਬਟ ਆਪਾਂ ਖੁਦ ਇੱਕ ਵਾਰੀ ਬਣਾ ਕੇ ਟੇਬਲ ਦੇਖਦੇ ਹਾਂ, ਕਲੀਅਰ ਹੋ ਜਾਣਾ ਚੰਗੀ ਤਰੀਕੇ ਨਾਲ। ਠੀਕ ਹੈ, ਤਾਂ ਹੁਣ ਅਗਰ ਗੱਲ ਕਰੀਏ, ਮੇਰੇ ਕੋਲ ਲੈਟ ਕਰ ਲਓ ਇੱਥੇ ਕੋਈ ਵੀ ਐਕਸ ਦੀ ਵੈਲਿਊ ਹੈ ਔਰ ਇੱਥੇ ਮੇਰੇ ਕੋਲ ਕੋਈ ਵੀ ਵਾਈ ਦੀ ਵੈਲਿਊ ਹੈ। ਠੀਕ ਹੈ ਜੀ, ਤਾਂ ਇਸ ਚੀਜ਼ ਨੂੰ ਆਪਾਂ ਸਮਝ ਲੈਂਦੇ ਹਾਂ। ਹਾਂਜੀ, ਹੁਣ ਐਕਸ ਦੀ ਵੈਲਿਊ ਮੇਰੇ ਕੋਲ ਕਿਸ ਤਰੀਕੇ ਨਾਲ ਹੋਏਗੀ, ਐਕਸ ਨੋਟ ਸੌਰੀ x1 x2 x3 x4, ਚਲੋ 4 ਤੱਕ ਲੈ ਲੈਂਦੇ ਹਾਂ, ਇੰਨਾ ਸਫੀਸ਼ੀਐਂਟ ਹੈ। ਠੀਕ ਹੈ, ਅੱਗੇ ਅਗਰ ਆਪਾਂ ਗੱਲ ਕਰੀਏ, ਜਦੋਂ ਮੈਂ x4 ਪੁੱਟ ਕਰ ਰਹੀ, x ਨੋਟ ਵੈਲਿਊ ਪੁੱਟ ਕਰੂੰਗੀ, ਜਿਵੇਂ ਹੁਣ ਮੇਰੇ ਕੋਲ ਫੰਕਸ਼ਨ ਵੀ ਤਾਂ ਹੋਏਗਾ ਨਾ, ਫੰਕਸ਼ਨ ਆਪਾਂ ਕਿਹੜਾ ਲੈ ਕੇ ਚੱਲੇ ਹਾਂ, y ਇਜ਼ ਇਕੁਅਲ ਟੂ ਫੰਕਸ਼ਨ ਆਫ x ਲੈ ਕੇ ਚੱਲੇ ਹਾਂ। ਅਗਰ ਮੈਂ x ਦੀ ਕੋਈ ਵੈਲਿਊ ਪੁੱਟ ਕਰੂੰਗੀ ਤਾਂ ਮੇਰੇ ਕੋਲ y ਦਾ ਵੀ ਰਿਜ਼ਲਟ ਤਾਂ ਆਏਗਾ ਨਾ, y ਦੀ ਵੈਲਿਊ ਤਾਂ ਆਏਗੀ। ਹੁਣ ਅਗਰ ਮੈਂ x ਨੋਟ ਵੈਲਿਊ ਪੁੱਟ ਕਰ ਰਹੀ ਹਾਂ ਤਾਂ ਲੈਟ ਕਰ ਲੈਂਦੇ ਹਾਂ ਕਿ ਮੇਰੇ ਕੋਲ y ਨੋਟ ਆ ਰਿਹਾ। ਠੀਕ ਹੈ, ਸਮਝ ਰਹੇ ਇਸ ਚੀਜ਼ ਨੂੰ। ਅਗਰ ਮੈਂ x1 ਪੁੱਟ ਕਰ ਰਹੀ ਹਾਂ ਤਾਂ ਲੈਟ x2 y2 y3 ਸਿਮਿਲਰਲੀ y4 देयर इज अ मिस्टेक y1 y2 y3 ਐਂਡ y4। ਇੱਥੋਂ ਤੱਕ ਕਲੀਅਰ ਹੈ। ਠੀਕ ਹੈ, ਇੱਥੇ ਮੇਰੇ ਕਹਿਣ ਦਾ ਮਤਲਬ ਸਿੰਪਲ ਸ਼ਬਦਾਂ ਵਿੱਚ ਇਹੀ ਹੈ ਕਿ ਜਿਵੇਂ ਜਿਵੇਂ ਮੈਂ ਐਕਸ ਦੀਆਂ ਵੈਲਿਊਜ਼ ਨੂੰ ਪੁੱਟ ਕਰਦੀ ਜਾ ਰਹੀ ਹਾਂ ਉਵੇਂ ਉਵੇਂ ਮੇਰੇ ਕੋਲ ਕੀ ਆ, ਵਾਈ ਦੀਆਂ ਵੈਲਿਊਜ਼ ਵੀ ਆਉਂਦੀਆਂ ਜਾ ਰਹੀਆਂ ਨੇ। ਠੀਕ ਹੈ, ਹੁਣ ਆਪਾਂ ਗੱਲ ਕਰ ਰਹੇ ਹਾਂ ਫੋਰਵਰਡ ਦੀ। ਫੋਰਵਰਡ ਦੇ ਵਿੱਚ ਕੀ ਹੈ, ਡਿਫਰੈਂਸ ਫਾਰਮੂਲਾ ਹੈ ਨਾ, ਤਾਂ ਸਿੰਪਲ ਸ਼ਬਦਾਂ ਵਿੱਚ ਯਾਦ ਰੱਖੋ ਕਿ ਆਪਾਂ ਡਿਫਰੈਂਸ ਫਾइंड आउट ਕਰਨਾ ਹੈ। ਹੁਣ ਡਿਫਰੈਂਸ ਕਿਹਦਾ ਫਾइंड आउट ਕਰਨਾ ਹੈ ਉਹ ਦੇਖ ਲੈਂਦੇ ਹਾਂ। ਜਦੋਂ ਆਪਾਂ ਡਿਫਰੈਂਸ ਫਾਰਮੂਲਾ ਦੀ ਗੱਲ ਕਰ ਰਹੇ ਹਾਂ ਤਾਂ ਦੇਖੋ ਮੈਂ ਕੀ ਕਰਦੀ ਹਾਂ, ਇਹਨਾਂ ਦੋਨਾਂ ਦਾ ਮਾਈਨਸ ਕਰ ਦਿੰਦੀ ਹਾਂ, y1 ਮਾਈਨਸ y ਨੋਟ। ਠੀਕ ਹੈ, ਡਿਫਰੈਂਸ ਹੀ ਹੋ ਗਿਆ ਨਾ। ਤਾਂ ਦੇਖੋ ਜਦੋਂ ਮੈਂ y1 ਮਾਈਨਸ y ਨੋਟ ਕਰੂੰਗੀ ਤਾਂ ਇਹਨੂੰ ਮੈਂ ਇੱਕ ਫੋਰਵਰਡ ਸਿੰਬਲ ਨਾਲ ਰਿਪਰਜੈਂਟ ਕਰ ਰਹੀ ਹਾਂ। ਠੀਕ ਹੈ, ਜਿਸ ਨੂੰ ਮੈਂ ਕੀ ਲਿਖ ਰਹੀ ਹਾਂ, ਫੋਰਵਰਡ y ਨੋਟ। ਇਹ ਚੀਜ਼ ਕਲੀਅਰ ਹੋ ਰਹੀ ਹੈ ਤੁਹਾਨੂੰ ਜਾਂ ਨਹੀਂ? ਠੀਕ ਹੈ, ਇਹ ਹੈ ਮੇਰੇ ਕੋਲ ਫੋਰਵਰਡ। ਫੋਰਵਰਡ ਦਾ ਮਤਲਬ ਕੀ ਹੋ ਗਿਆ ਕਿ ਜਦੋਂ ਮੈਂ ਅਗਲੀ ਵੈਲਿਊ ਦੇ ਵਿੱਚੋਂ ਪਿੱਛੇ ਵਾਲੀ ਵੈਲਿਊ ਨੂੰ ਮਾਈਨਸ ਕਰ ਰਹੀ ਹਾਂ। ਠੀਕ ਹੈ, ਹੁਣ ਜਦੋਂ ਮੈਂ ਇਹਨਾਂ ਦੋਨਾਂ ਦਾ ਸਬਟਰੈਕਟ ਕਰਾਂਗੀ ਤਾਂ ਮੇਰੇ ਕੋਲ ਕੀ ਆ ਜਾਏਗਾ, y2 ਮਾਈਨਸ y1, ਜਿਸ ਨੂੰ ਮੈਂ ਕੀ ਲਿਖੂੰਗੀ, ਫੋਰਵਰਡ y1। ਅਗਰ ਮੈਂ ਇਹਨਾਂ ਦੋਨਾਂ ਦਾ ਮਾਈਨਸ ਕਰ ਰਹੀ ਹਾਂ ਤਾਂ ਮੇਰੇ ਕੋਲ ਆਏਗਾ ਫੋਰਵਰਡ y2। ਅਗਰ ਮੈਂ ਇਹਨਾਂ ਦੋਨਾਂ ਦਾ ਮਾਈਨਸ ਕਰਾਂਗੀ ਤਾਂ ਮੇਰੇ ਕੋਲ ਆਏਗਾ ਫੋਰਵਰਡ y3। ਇਹ ਚੀਜ਼ ਕਲੀਅਰ ਹੈ?
जे नहीं क्लीयर थोड़ा देख लैंने आ कि देखो मैंने इन्हों दोनों का माइनस किया y1 माइनस वाई नोट, तो मेरे को आ गया फॉरवर्ड वाई नोट। फॉरवर्ड ये जो सिंबल है ना एज अ ट्रायंगल, ठीक है, जिसनों आप डेल्टा भी कई बार बोल दें, डेल्टा का सिंबल होंगे है एक ट्रायंगल की तरह लिखा जाता है। एक किहदा सिंबल है, फॉरवर्ड ऑपरेटर का सिंबल है जो कि आप हुण पढ़ रहे हैं, ठीक है जी। तो फॉरवर्ड का सिंबल है इसलिए इसमें यूज़ किया जा रहा है। हुण जो मैंने लिखा y2, हुण अगर मैं y2 माइनस y1 कर रही हाँ तो मेरे को की बनेगा फॉरवर्ड y1 बनेगा ना सेकेंड वाली टर्म, ठीक है। अगर मैं y3 माइनस y2 कर रही हाँ तो मेरे को की बनेगा फॉरवर्ड y2, ठीक है जी। अगर मैं y4 माइनस y3 कराँगी तो मेरे को की बनेगा फॉरवर्ड y3। इस तरीके नाल जो पूरा टेबल है तुहाडे सामने है। हुण इस कॉलम नूं आपां नेम की देवांगे, फॉरवर्ड के नेम नाल ही देवांगे, ठीक है जी। तो इसका नेम की होएगा फॉरवर्ड y। इन्नी चीज़ क्लीयर होगी, ठीक है। हुण अगे बढ़ते हैं। अगे अगर आप गल करिए इस तो बाद आप देखिए, हुण मैं इन्हां दोनों का माइनस कर रही हाँ। इन्हां दोनों का जो मैं माइनस करांगी, तुसीं देखो मैं फॉरवर्ड y1 दे विचों फॉरवर्ड y नोट नूं माइनस कर रही हाँ, तो मेरे को जो मैं दोबारा फॉरवर्ड लगा रही हाँ तो फॉरवर्ड स्केयर हो जाना है, ठीक है। और नाल की आ जाना है वाई नोट, क्योंकि मैं ये वाली टर्म नूं लैनी हाँ हमेशा ही मैंने सैकेंड वाली टर्म नूं लिया। क्लीयर है ये चीज़, ठीक है। जो मैं एक बार फॉरवर्ड लगा लिया, आफ्टर दैट दोबारा उस ऊपर फॉरवर्ड अप्लाई कर रही हूँ तो मेरे को की हो जाना है फॉरवर्ड स्केयर हो जाना है, ठीक है। तो इतने मेरे को आएगा फॉरवर्ड स्केयर वाई नोट, ठीक है। सिमिलरली जो मैं इन्हों दोनों का माइनस करांगी तो मेरे को की आएगा फॉरवर्ड y2 दे विचों मैं फॉरवर्ड y1 नूं माइनस कर रही हाँ तो मेरे को आ जाएगा फॉरवर्ड स्केयर y1, ठीक है। तो ये चीज़ आ गई इतने, ठीक है जी। अगे अगर मैं गल करा सिमिलरली इतने मेरे को की आ जाना है स्केयर y2। क्लीयर है। नैक्सट अगर गल करिए तो इसनों मैं किस नाम नाल रिप्रजेंट करांगी, फॉरवर्ड स्केयर वाई के नेम नाल, ठीक है जी। हुण थोड़ा अगे बढ़ते हैं, क्योंकि जो हुण एक चीज़ तो क्लीयर होगी ना, जो मैं इन्हों दोनों उपर अप्लाई करांगी, ठीक है। पेन थोड़ा अलग ले लेना। जो आप इन्हों दोनों उपर अप्लाई करांगे तो मेरे को आ जाएगा फॉरवर्ड क्यूब आएगा कि वाई नोट ही आएगा, क्योंकि उपर वाली टर्म ही आप लैनी होंगी है, ठीक है। इन्हों दोनों का करांगे क्यूब आएगा कि y1 दे नाल, ठीक है जी। नैक्सट अगर मैं गल करा फॉरवर्ड दी पावर 4 कितनी होएगी, पावर 4 दे विच की आ जाएगा, पावर 4 दे विच आ जाएगा इन्हों दोनों का सबट्रैक्ट, और इन्हों दोनों के सबट्रैक्ट का मतलब फॉरवर्ड वाई नोट, ठीक है। पहला तो इस टेबल दे विच अगर किसी भी तरह का कोई भी डाउट है तो तुसी देख सकते हो ध्यान नाल। इहदे विच मैनूं लगदा कोई भी डाउट रहा होगा, ठीक है। अपने कोल की सीगे एक्स दी वैल्यूज सीगियां, वाई दी वैल्यूज सीगियां, आपां जिवें जिवें फॉरवर्ड वधांदे गई उवें उवें उसकी पावर भी वधदी गई, और आपां ने कुछ भी नहीं किया, सिंपल माइनस किया है। y1 माइनस वाई नोट, y2 माइनस y1, y3 माइनस y2, ठीक है, y4 माइनस y3, लाइक दिस सोन अपना टेबल पूरा चलता गया, ठीक है। एक एक गल मैं तुहानूं दसनी चाहनी हाँ, ये जो ए वाली वैल्यूज़ ने ना, दीज वैल्यूज़ ये वाली जो वैल्यूज़ ने ये सारिया वैल्यूज़ बहुत इंपोर्टेंट ने। इंपोर्टेंट क्यों ने, क्योंकि ये मेन रोल यही प्ले करदियाँ ने, ठीक है जी। तो ये सारिया वैल्यूज़ ये इंपोर्टेंट ने। हुण थोड़ा जिहा इसनूं देख लैंदे जिवें कि फॉर एग्जाम्पल लो जी, हुण आपां इसनूं थोड़ा डीपली स्टडी करते हैं, ठीक है। हुण देखो फॉरवर्ड डिफरेंस के पहला तो आप की देखा कि जिमें जिमें मेरे को एक्स दी वैल्यूज़ होणगियां उदा उदा मेरे को वाई दी वैल्यूज़ भी होणगियां, ठीक है। जो कि आप इत्थे देखा कि जिद्दां जिद्दां मेरे को एक्स दी वैल्यूज़ होणगियां उदा उदा मेरे को वाई दी वैल्यूज़ भी होणगियां, ठीक है। हुण जेकर मैं इसकी गल करा कल्ले फॉरवर्ड की सिर्फ एक पावर दे नाल, पावर 1 तुसीं बोल सकते हो, ठीक है, एक पावर दे नाल। अगर मैं कहां कि फॉरवर्ड वाई नोट कितना होएगा जी, फॉरवर्ड वाई नोट y1 माइनस वाई नोट। कोई डाउट इस दे विच, ठीक है जी। ये की होएगा y1 माइनस वाई नोट। अगर मैं कह देवां कि फॉरवर्ड y1 कितना होएगा तो मेरे को होएगा y2 माइनस y1। फॉरवर्ड है ना, एक स्टैप पहले थोड़ा जा अगे गए फिर वापस उसी जगह पर आ गए, ठीक है। तो इस तरीके नाल तुसीं याद रख सकते हो। अगर मैं कहां कि फॉरवर्ड y2 कितना होएगा तो मेरे को होएगा y3 माइनस y2, ठीक है। यही सारा कुछ आप इस टेबल के कोई ये अलग तो नहीं दस रही मैं कि वही सारा कुछ सेम है, ठीक है। अगर मैं कह रही हूँ कि फॉरवर्ड y3 कितना होएगा तो वो मेरे को होएगा y4 माइनस y3, ठीक है। ये सारिया वैल्यूज़ क्लीयर हो गई। हम थोड़ा अगे बढ़ते हैं, अगे कि बढ़ेंगे। देखो अगर इसकी ही मैं गल करा इन जनरल मैं किमें कह सकती हाँ, इन जनरल मैं कह सकती हाँ कि yn कितना होएगा yn प्लस 1 माइनस yn, ठीक है। ये चीज़ क्लीयर होगी तुहानूं, ठीक है। किवें अगर मैं इन जनरल गल करा, देखो मैं सारे स्टैप्स नूं फॉलो करके तुहानूं दस रही हाँ
कि 1 2 3 अप टू सो अगर मैं n की गल करा तो पहले मैं एक वध लिख रही हाँ, फिर मैं वो n ਨੂੰ माइनस कर रही हाँ। ये हो गया इन जनरल फॉर्मूला। ठीक है जी। हुण आपां स्केयर वाला ले लैने। स्केयर वाला किवें लवांगे? स्केयर वाला मतलब जो आपां 2 बारी फॉरवर्ड अप्लाई किया, हुण आपां उसकी गल करदे हां। ठीक है। हुण अगर मैं गल करा कि मेरे को फॉरवर्ड स्केयर वाई नोट कितना होएगा, फॉरवर्ड स्केयर वाई नोट मेरे को कितना होएगा, फॉरवर्ड वाई वन माइनस फॉरवर्ड वाई नोट। क्लीयर है ये चीज़? ठीक है। हुण अगर मैं गल करा कि फॉरवर्ड स्केयर वाई वन कितना होएगा, तो वह मेरे को कितना होएगा, फॉरवर्ड वाई टू माइनस फॉरवर्ड वाई वन। ठीक है जी। अगर मैं यही चीज़ कहां कि फॉरवर्ड स्केयर वाई टू कितना होएगा, तो यह मेरे को होएगा फॉरवर्ड वाई क्यूब माइनस फॉरवर्ड वाई टू। ये चीज़ होएगी अप टू सोन इदा ही चलती रहेगी। ठीक है। अगर मैं यही चीज़ कह देवां क्यूब लिए कितना होएगा, फॉरवर्ड वाई क्यूब कितना होएगा। ठीक है। कोई भी इत्थे लै सकते हो, नोट लै लो। तो इत्थे मेरे को कितना होएगा, स्केयर वाई टू सॉरी वाई वन माइनस फॉरवर्ड स्केयर वाई नोट। ठीक है। अगर मैं फॉरवर्ड पावर 4 लै लवां तो वह मेरे को कितना होएगा, क्यूब इत्थे वही चीज़ आ जानी है, बस पावर की है इंप्रूव होंदी जानी है। ठीक है। तो इत्थे पावर दी इन जनरल मेरे कहने का मतलब मैं की कह रही हाँ, इन जनरल जेकर मैं गल करा कि अगर मेरे को फॉरवर्ड की पावर कितनी भी है, लेट इत्थे r+1 कोई पावर है। ठीक है। और मेरे को की है वाई n दे विच। ठीक है। हम पावर तो कितनी भी हो सकती है, 2 3 4 5 अप टू सोन इनफिनिटी कुछ भी हो सकती है। मैं लेट कर लैनी है कि r+1 पावर है और वाई नोट मतलब मैंने वाई के नाल की ले लिया, n ले लिया इन जनरल फॉर्म। तो मेरे को इत्थे की होएगा, देखो जो मेरे को पावर 4 सी उदों मेरे को इत्थे कितना सी, दोनों जगह ते पावर 3 सी। तो मतलब मेरे को इत्थे की होएगा, फॉरवर्ड पावर कितनी आएगी, एक घट के आएगी, मतलब आर आएगी। ठीक है जी। और अगर मैं गल करा पहला की सी, ये तो सेम ही रहेगा ना, कल्ले फॉरवर्ड लगाने बाकी सारा कुछ तो नहीं चेंज होएगा, बाकी तो सेम ही रहेगा, बाकी तो ही रहेगा n+1। ठीक है। माइनस इत्थे भी क्या आएगा, फॉरवर्ड की पावर आर एन। ठीक है। इस दे विच कोई भी तुहानू नहीं होना चाहिए डाउट, अगर है तो तुसीं दोबारा एक बार कमेंट सैक्शन दे विच लिख दिओ। ये हो गया अपना जनरल फॉर्मूला किहदे लई, फॉरवर्ड जनरली अगर आपां गल करिए। ठीक है। तो एक बार तुसीं जेकर तुहाडी आ सारियां गल्लां माइंड विच बैठ गईयां तो जनरली तुहानू याद रखने की लोड़ नहीं, वो भी तुहाडे माइंड दे विच सैट हो जाना फिर। ठीक है जी। अगे अगर आपां गल करिए इस तो इलावा थोड़ा जा होर देख लैंने, इसनूं डीपली स्टडी कर लैंने। जिवें कि मैं तुहानू ये चीज़ दसी सी राइट, कि फॉरवर्ड स्केयर वाई नोट मेरे को किहदे इक्वल होएगा, फॉरवर्ड वन माइनस फॉरवर्ड वाई नोट दे इक्वल होएगा। ये चीज़ कही सी ना मैं। हुण इस दे विच जेकर मैं देखा तो मैं इसनूं थोड़ा जा होर डिटेल दे विच सॉल्व कर सकदी हाँ। सॉल्व किवें कर सकते हैं, देखो जिवें हुण फॉरवर्ड वाई वन है, मैनूं पता है ये किहदे इक्वल हुंदा है, वाई टू माइनस वाई वन दे इक्वल होएगा। अगर मैं इसका भी फॉरवर्ड हटा देवां, ठीक है, और माइनस वाई नोट का फॉरवर्ड किहदे इक्वल होएगा, वाई वन माइनस वाई नोट दे इक्वल होएगा। ठीक है। हुण इत्थे मैं की कर रही हाँ, फॉरवर्ड नूं पहला मैंने एक फॉरवर्ड नूं सॉल्व किया, हुण मैं सैकेंड स्टैप दे विच उसनूं भी सॉल्व कर लिया। ठीक है। तो मेरे को की बन गया, वाई टू माइनस टू वाई वन प्लस वाई नोट। ये चीज़ मेरे सामने निकल के आती है। ठीक है। हुण अगर मैं कहां कि मैंने सिर्फ स्क्वेयर वाला नहीं क्यूब वाला भी सॉल्व करना है, तो क्यूब वाला भी आप देख लें, क्यूब वाला आप किद्दां सॉल्व करांगे। ठीक है। जिवें कि मेरे को होएगा फॉरवर्ड क्यूब वाई नोट। ठीक है। सिमिलरली जब मैं क्यूब नूं सॉल्व करांगी तो क्यूब वाला मेरे को की बन जाएगा, फॉरवर्ड स्क्वेयर वाई वन माइनस फॉरवर्ड स्क्वेयर वाई नोट, नो डाउट। ठीक है जी। हुण इहदे विच अगर आप देखिए तो फॉरवर्ड स्क्वेयर है, तो मतलब मैं इसनूं की लिख सकती हाँ, फॉरवर्ड वाई टू माइनस फॉरवर्ड वाई वन माइनस इनू मैं की लिख सकती हाँ, फॉरवर्ड वाई वन माइनस फॉरवर्ड वाई नोट। क्लीयर है। मैंने की करके सॉल्व कर लिया। हुण इसे अगर नेक्स्ट स्टैप दे विच अगर इसनूं आपां सॉल्व करिए तो मेरे को इस तो की बनेगा, इस तो बनेगा मेरे को वाई थ्री माइनस, पहले इसनूं थोड़ा सॉल्व कर लैंदे आं, फॉरवर्ड वाई टू माइनस टू फॉरवर्ड वाई वन प्लस फॉरवर्ड नोट। ठीक है। ये चीज़ बनेगी। ठीक है। हुण जो इसनूं अगे सॉल्व करांगे तो वाई टू नूं मैं की लिख सकती हाँ, वाई टू नूं मैं लिख सकती हाँ वाई थ्री माइनस वाई टू। ठीक है जी। माइनस टू इंटू वाई वन नूं मैं की लिख सकती हाँ, वाई टू माइनस वाई वन, और फॉरवर्ड वाई नोट नूं मैं की लिखांगी, वाई वन माइनस वाई नोट। यही चीज़ होएगी। इसनूं देखांगे जो मेरे को की बन जाएगा, वाई थ्री। ठीक है। हुण जो वाई टू ना सॉल्व करांगे यही होएगा सॉल्व, माइनस थ्री वाई टू। ठीक है जी। हुण वाई वन दे नाल इन्हां दोनों ने होना सॉल्व। ठीक है। तो मेरे को की बन जाएगा, माइनस अंदर लेके जावांगे तो प्लस थ्री वाई वन। ठीक है। और माइनस वाई नोट, इस तरीके नाल।
ठीक है जी। सिमिलरली 4 ਨੂੰ ਆਪਾਂ ਕਰ ਸਕਦੇ ਹਾਂ, ਸਿਮਿਲਰਲੀ 5 ਨੂੰ ਆਪਾਂ ਕਰ ਸਕਦੇ ਹਾਂ, ਜਿੰਨਾ ਅਗਰ ਆਪਾਂ ਚਾਹੀਏ ਉਹਨਾਂ ਆਪਾਂ ਸੋਲਵ ਕਰ ਸਕਦੇ ਹਾਂ। ਹੁਣ ਅਗਰ ਮੈਂ 4 ਨੂੰ ਸੋਲਵ ਕਰੂੰਗੀ ਪੂਰਾ, ਹੁਣ ਮੈਂ ਤੁਹਾਡੇ ਸਾਹਮਣੇ ਸੋਲਵ ਨਹੀਂ ਕਰਾਂਗੀ, ਡਾਇਰੈਕਟਲੀ ਲਿਖ ਰਹੀ ਹਾਂ ਕਿ ਅਗਰ ਮੈਂ ਫੋਰਵਰਡ ਪਾਵਰ 4 ਨੂੰ ਸੋਲਵ ਕਰਾਂਗੀ ਤਾਂ ਮੇਰੇ ਕੋਲ ਕਿੰਨਾ ਆ ਜਾਏਗਾ, ਤਾਂ ਮੇਰੇ ਕੋਲ ਆ ਜਾਏਗਾ ਹਾਂਜੀ 3 ਦੀ ਹੀ ਇੱਥੇ ਗੱਲ ਹੋ ਰਹੀ ਸੀ, 3 ਨੂੰ ਕਰਕੇ ਮੇਰੇ ਕੋਲ ਇੰਨਾ ਆਇਆ ਹੈ, ਠੀਕ ਹੈ। 2 ਨੂੰ ਸੋਲਵ ਕਰ ਰਹੀ ਹਾਂ ਮੈਂ, ਇੰਨਾ ਆਇਆ। ਇਸ ਤਰੀਕੇ ਨਾਲ ਅਗਰ ਮੈਂ ਸੋਨ ਚਲਦੀ ਜਾਵਾਂ ਤਾਂ ਮੈਂ ਇੱਕ ਚੀਜ਼ ਨੋਟਿਸ ਕਰ ਪਾ ਰਹੀ ਹਾਂ ਕਿ ਇਹ ਮੇਰੇ ਕੋਲ ਕੀ ਬਣ ਰਹੇ ਨੇ, ਬਾਈਨੋਮੀਅਲ ਕੋਫੀਸ਼ੀਐਂਟ ਬਣ ਰਹੇ ਨੇ। ਬਾਈਨੋਮੀਅਲ ਕੋਫੀਸ਼ੀਐਂਟ ਦਾ ਕੀ ਮਤਲਬ ਹੋ ਜਾਂਦਾ ਹੈ, ਹੁਣ ਦੇਖੋ ਅਗਰ ਬਾਈਨੋਮੀਅਲ ਦੀ ਇੱਥੇ ਗੱਲ ਹੋਗੀ, ਬਾਈਨੋਮੀਅਲ ਕੋਫੀਸ਼ੀਐਂਟ ਬਣ ਰਹੇ ਨੇ ਤਾਂ ਮਤਲਬ ਮੇਰੇ ਕੋਲ ਜਨਰਲ ਦੇ ਵਿੱਚ ਕੀ ਬਣੇਗਾ, ਮੇਰੇ ਕੋਲ ਅਗਰ ਮੈਂ ਇੱਥੇ ਕਹਿ ਦੇਵਾਂ ਕਿ ਮੇਰੇ ਕੋਲ ਪਾਵਰ n ਹੈ ਔਰ ਇਸ ਨੂੰ ਮੈਨੂੰ ਸੋਲਵ ਕਰਨਾ ਹੈ ਤਾਂ ਮੇਰੇ ਕੋਲ ਕੀ ਬਣੇਗਾ, ਇੱਥੇ ਤੁਸੀਂ NC0 ਲਿਖ ਸਕਦੇ ਹੋ, ਠੀਕ ਹੈ, yn ਮਾਈਨਸ NC1 yn-1, ਠੀਕ ਹੈ, प्लस NC2 yn-2 अप टू सोन -1 ਦੀ ਪਾਵਰ n, क्योंकि ਇਹ ਕੀ ਨੇ ਅਲਟਰਨੇਟਿਵ ਸਾਈਨ ਨੇ ਤਾਂ -1 ਦੀ ਪਾਵਰ n ਲੱਗੇਗੀ, ਠੀਕ ਹੈ ਜੀ, y0 और NCn। इस तरीके नाल ये पूरी तो पूरी एक बाइनोमियल जी इक्वेशन अपने सामने आई है। मतलब इन जनरल आप बोल सकते हैं यही अपने को की होएगा, इन जनरल होएगा। ये जनरली आप 3 फॉर्मूला आप देखे ने, ठीक है। एक जो पूरी दी पूरी बाइनोमियल इक्वेशन बना रहे हैं, ठीक है। ये जेकर तुहानू हले नहीं क्लीयर होया तो हो सकता तुसीं बाइनोमियल अच्छे तरीके नाल नहीं किया होगा। जो आप बाइनोमियल कोफिशिएंट्स वाला टॉपिक करांगे तो उहदे नाल तुहानू यह टॉपिक बिल्कुल ही डिटेल दे विच क्लीयर हो जाना है, ठीक है। बाकी इतना डिफिकल्ट नहीं है, आपां नू पता कि बाइनोमियल किवें खुलदी हुंदी है। NC0 फर्स्ट, ठीक है, अल्टरनेटिव साइंस दे विच हुंदी है। सो इन्ना कोई इहदे विच हो नहीं है, सिंपल एक बाइनोमियल इक्वेशन बन रही है, ठीक है। तो नैक्सट अगर आपां गल करिए तो बिल्कुल अगर मैं कहां इसनूं कि इन जनरल यही होएगा सिंगल पावर 1 के लिए। अगर पावर R है तो वो इस दे उपर डिपेंड करेगा, ठीक है। तो यही बिल्कुल बेसिक जी चीज़ां ने सारियां। अगर तुहानू फॉरवर्ड इन्ना समझ आ गया तो उस तो बाद बैकवर्ड, सेंट्रल और बाकी ऑपरेटर समझने दे विच कोई भी दिक्कत नहीं होनी, क्योंकि सारे बिल्कुल एक दूजे दे नाल रिलेटेड ने, सेम ने, ठीक है। तो फॉरवर्ड तुसीं चंगी तरीके नाल समझ लो, ठीक है। जेकर कोई भी डाउट है तो तुसीं एक बारी दोबारा रिपीट करके देख सकते हो या फिर कमेंट सैक्शन दे विच लिख सकते हो, डिस्कस कर लिया जाएगा, ठीक है जी। तो ये दसी अपना फॉरवर्ड, ठीक है, जिहदे विच आपां सारा कुछ डिटेल दे विच देख ही लिया। देख लैने अपने कोल होर की है इत्थे। तो बिल्कुल एक टेबल है तुहाडे सामने, उसनूं हुण आपां थोड़ा देख लैने, डिस्कस कर लैने, जो कि आप वैसे तो डिस्कस कर ही चुके हैं कि वही एक्स दी वैल्यूज़ में पुट करांगे तो वाई दी वैल्यूज़ आएंगी, ठीक है। जो मैं y1 माइनस y0 करांगी तो मेरे को क्या आएगा, फॉरवर्ड y0, ठीक है। y2 माइनस y1 करांगे तो फॉरवर्ड y1 आएगा। y3 माइनस y2 करांगे तो फॉरवर्ड y2 आ जाएगा, ठीक है। अप टू सोन इस तरीके ना पूरा टेबल वही चीज़ है बनाया हुआ है तुहाडे सामने। और ये जो इंपोर्टेंट की गल करिए तो ये सारिया वैल्यूज़ बहुत ज़्यादा की ने जी, इंपोर्टेंट ने, ठीक है। कितने ना कितने पूरा कई बार की होंगे इन्होंने चीज़ों के बारे आपको नॉलेज होनी चाहिए, सिंपल शब्दों में कहिए तो बिल्कुल सारा कुछ आप कर चुके हैं। डेल्टा के नाल आप इसनूं रिप्रजेंट करते हैं इन जनरल, ठीक है, फॉर सैकेंड डिग्री। ये सारा कुछ मैं हुणी तुहाडे नाल डिस्कस किया। और अगर आप गल करिए इस तो बाद तो इन जनरल भी मैं तुहानूं बाइनोमियल जो आप कह सकते हैं कि पूरी की पूरी किहड़ी इक्वेशन बनेगी बाइनोमियल इक्वेशन वो दसी है, ठीक है। हुण आ जाने जी नैक्सट टॉपिक ते विच इज़ वेरी इंपॉर्टेंट टू, ठीक है। बैकवर्ड है, बैकवर्ड किवें हुंदा हुण वो देख लैने थोड़ा सा। बैकवर्ड फॉर्मूला तो हुण बैकवर्ड भी बिल्कुल सेम है, ठीक है। हुण सेम किवें है, जिद्दां जिद्दां आपां एक्स दी वैल्यूज़ नूं पुट करते जावांगे उद्दां उद्दां अपने कोल वाई दी वैल्यूज़ तो आंदियां ही जाणगियां, ठीक है। सो एक बारी आपां एक्स दी और वाई दी वैल्यूज़ नूं लै लैंदे हां। और एक्स दी ते वाई दी वैल्यूज़ मेरे कोल हैगियां किहड़ियां ने वो आपां नूं पता ही है। x0, x1, x2, x3 एंड x4, 4 तक सफिशेंट है, ठीक है जी। और जिमें जिमें मैं एक्स दी वैल्यूज़ में पुट करूँगी उदा उदा y0 आएगा, y1 आएगा, y2 आएगा, y3 आएगा एंड y4 आएगा, ठीक है। हुण अगे अगर आप गल करिए वही ये डिफरेंस फाइंड आउट करना है मैं तो, ठीक है। हुण जो डिफरेंस फाइंड आउट करांगे क्योंकि ये हैगा चाहे बैकवर्ड है बट फाइंड तो डिफरेंस ही करांगे ना। हुण ये जो डिफरेंस करांगे ना दोनों का मतलब की हो गया, मैं y1 दे विचों वही दोबारा आ गया y0 फाइंड कर रही हूँ। पर एक चीज़ इत्थे ध्यान रखो, इत्थे आपां की जाना है, बैकवर्ड जाना है। बैकवर्ड दे विच की होएगा, बैकवर्ड दे विच पहली गल तो सिंबल चेंज हो जाएगा। ये सीगा फॉरवर्ड दे लई, यह किहदे लई हो जाएगा, बैकवर्ड दे लई हो जाएगा। क्लीयर है, पहली गल तो सिंबल चेंज हो गया। सैकेंड, अगर बैकवर्ड जाना है तो जो मैं बैकवर्ड जावांगी तो मेरे को की आएगा, y1 आएगा। बैकवर्ड जाना है
ਬੈਕਵਰਡ ਮੀਨ ਟੂ ਸੇ ਜੋ ਸੈਕਿੰਡ ਡੇ ਵੈਲਿਊ ਆ ਉਹ ਲਿਖਣੀ ਆ। ਫੋਰਵਰਡ ਦੇ ਵਿੱਚ ਜੋ ਫਸਟ ਵੈਲਿਊ ਸੀ ਉਹ ਲਈ ਸੀ, ਬੈਕਵਰਡ ਦੇ ਵਿੱਚ ਜੋ ਸੈਕਿੰਡ ਵੈਲਿਊ ਹੈ ਉਹ ਆਪਾਂ ਲੈ ਰਹੇ ਹਾਂ, ਠੀਕ ਹੈ। ਸੋ ਜਦੋਂ ਮੈਂ y1 ਮਾਈਨਸ y ਨੋਟ ਕਰ ਰਹੀ ਹਾਂ ਤਾਂ ਇੱਥੇ ਮੇਰੇ ਕੋਲ ਆਏਗਾ ਬੈਕਵਰਡ y1, ਠੀਕ ਹੈ। ਹੁਣ ਮੇਰੇ ਕੋਲ ਬੈਕਵਰਡ y2 ਕੀ ਹੋਏਗਾ ਜਦੋਂ ਮੈਂ y2 ਦੇ ਵਿੱਚੋਂ y1 ਮਾਈਨਸ ਕਰ ਰਹੀ ਹਾਂ, ਠੀਕ ਹੈ ਜੀ। ਅੱਗੇ ਅਗਰ ਮੈਂ ਗੱਲ ਕਰਾਂ ਬੈਕਵਰਡ y3 ਕੀ ਹੋਏਗਾ ਜਦੋਂ ਮੈਂ y3 ਦੇ ਵਿੱਚੋਂ y2, ਦੇਖੋ ਬੈਕਵਰਡ ਜਾ ਰਹੀ ਹੈ ਨਾ, ਮੈਂ 3 ਤੋਂ 2 ਜਾ ਰਹੀ ਹਾਂ, ਇਸ ਤਰੀਕੇ ਨਾਲ ਤੁਸੀਂ ਆਪਣੇ ਮਾਈਂਡ ਦੇ ਵਿੱਚ ਕਨਫਿਊਜ਼ਨ ਨਹੀਂ ਹੋਏਗੀ ਫਿਰ ਤੁਹਾਨੂੰ, ਤੇ ਇਹ ਕੀ ਹੋ ਜਾਏਗਾ ਬੈਕਵਰਡ 3 ਹੋ ਜਾਏਗਾ। ਹੁਣ ਦੇਖੋ ਬੈਕਵਰਡ y4 ਮੀਨਸ y4 ਦੇ ਵਿੱਚੋਂ ਮੈਂ ਕੀ ਮਾਈਨਸ ਕਰ ਰਹੀ ਹਾਂ y3, ਫਿਰ ਦੁਬਾਰਾ ਬੈਕਵਰਡ ਜਾ ਰਹੀ ਹਾਂ, ਮੀਨਸ ਟੂ ਸੇ ਬੈਕਵਰਡ y4। ਕਲੀਅਰ ਹੈ ਇਹ ਚੀਜ਼? ਤਾਂ ਇਸ ਨੂੰ ਆਪਾਂ ਨੇਮ ਦੇਵਾਂਗੇ, ਨੇਮ ਵੀ ਕੀ ਦੇਵਾਂਗੇ ਬੈਕਵਰਡ ਦੇ ਸਿੰਬਲ ਦੇ ਨਾਲ ਹੀ ਰਿਪਰੈਜ਼ੈਂਟ ਕਰਾਂਗੇ y ਦੇ ਨਾਲ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਹੁਣ ਇਹ ਤਾਂ ਸੀਗਾ ਫਸਟ ਆਰਡਰ, ਅਗਰ ਸੈਕਿੰਡ ਆਰਡਰ ਲਈ ਵੀ ਸੇਮ ਹੈ। ਸੈਕਿੰਡ ਆਰਡਰ ਲਈ ਕੀ ਹੋ ਜਾਏਗਾ ਬੈਕਵਰਡ ਸਕੇਅਰ y2 ਆਏਗਾ। ਹੁਣ ਇੱਥੇ ਕਿਉਂ? ਕਿਉਂਕਿ ਦੇਖੋ ਜਦੋਂ ਮੈਂ ਬੈਕਵਰਡ ਸਕੇਅਰ y2 ਫਾਈਂਡ ਆਊਟ ਕਰ ਰਹੀ ਹਾਂ ਤਾਂ ਮੇਰੇ ਕੋਲ ਕੀ ਹੋਏਗਾ ਬੈਕਵਰਡ y2 ਮਾਈਨਸ ਬੈਕਵਰਡ y1, ਤਾਂ ਆਪਾਂ ਤਾਂ ਫੋਰਵਰਡ ਬੈਕਵਰਡ ਜਾ ਰਹੇ ਹਾਂ ਨਾ, ਤਾਂ ਮੇਰੇ ਕੋਲ ਜੋ ਫਸਟ ਹੈ ਉਹੀ ਲਿਖਾਂਗੇ ਆਪਾਂ, ਠੀਕ ਹੈ। ਤਾਂ ਇੱਥੇ ਆਏਗਾ। ਇਸ ਤੋਂ ਬਾਅਦ ਇੱਥੇ ਮੇਰੇ ਕੋਲ ਕੀ ਆਏਗਾ ਬੈਕਵਰਡ ਦੀ ਸਕੇਅਰ y3, ਆਫਟਰ ਦੈਟ ਬੈਕਵਰਡ ਸਕੇਅਰ y4, ਠੀਕ ਹੈ। ਔਰ ਇਸ ਨੂੰ ਰਿਪਰੈਜ਼ੈਂਟ ਜੀ ਤਾਂ ਇਹਦੇ ਵਿੱਚ ਆਪਾਂ ਡਿਸਕਸ ਕੀਤਾ ਸੀ, ਠੀਕ ਹੈ। ਉਸ ਤੋਂ ਬਾਅਦ ਅਗਰ ਆਪਾਂ ਦੇਖੀਏ ਤਾਂ ਇਹਨਾਂ ਦੋਨਾਂ ਦਾ ਸਬਟਰੈਕਟ ਕਰਕੇ ਮੇਰੇ ਕੋਲ ਕੀ ਆਏਗਾ ਪਾਵਰ 3, ਠੀਕ ਹੈ। ਸਿਮਿਲਰਲੀ ਸਾਰਾ ਇੱਦਾਂ ਹੀ ਟੇਬਲ ਜਿੱਦਾਂ ਆਪਾਂ ਫੋਰਵਰਡ ਦੇ ਵਿੱਚ ਕੀਤਾ ਉੱਦਾਂ ਹੀ ਸਾਰਾ ਸਿਮਿਲਰਲੀ ਕਿਹਦੇ ਵਿੱਚ ਹੈਗਾ ਬੈਕਵਰਡ ਦੇ ਵਿੱਚ ਆਪਾਂ ਦੇਖ ਪਾ ਰਹੇ ਹਾਂ, ਠੀਕ ਹੈ। ਗੱਲ ਕਰੀਏ ਅਗਰ ਆਪਾਂ ਜਿਵੇਂ ਹੁਣ ਮੈਂ y3 ਮਾਈਨਸ y2 ਕਰਾਂਗੇ ਤਾਂ ਮੇਰੇ ਕੋਲ ਕੀ ਆਏਗਾ ਕਿਊਬ ਦੇ ਵਿੱਚ ਬੈਕਵਰਡ ਕਿਊਬ y3 ਆਏਗਾ, ਠੀਕ ਹੈ। ਹੁਣ ਜਦੋਂ ਮੈਂ ਇਹਨਾਂ ਦੋਨਾਂ ਦਾ ਵੀ ਅੱਗੇ ਮਾਈਨਸ ਕਰ ਰਹੀ ਹਾਂ ਤਾਂ ਮੇਰੇ ਕੋਲ ਕੀ ਆਏਗਾ ਬੈਕਵਰਡ ਦੀ ਪਾਵਰ 4 ਆਏਗਾ y4 ਦੇ ਨਾਲ, ਠੀਕ ਹੈ। ਤਾਂ ਇਹ ਕੁਝ ਗੱਲਾਂ ਸੀਗੀਆਂ ਬੈਕਵਰਡ ਟੇਬਲ ਦੇ ਵਿੱਚ, ਠੀਕ ਹੈ। ਹੁਣ ਅਗਰ ਆਪਾਂ ਗੱਲ ਕਰੀਏ ਤਾਂ ਇੱਥੇ ਵੀ ਮੈਨੇ ਕੁਛ ਦੱਸਿਆ ਸੀ ਤੁਹਾਨੂੰ, ਉਹ ਵੀਡੀਓ ਕੱਟ ਗਈ ਜਿਹਦੇ ਕਰਕੇ ਨਹੀਂ ਰਿਕਾਰਡ ਹੋ ਪਾਇਆ, ਦੁਬਾਰਾ ਦੇਖ ਲੈਂਦੇ ਹਾਂ। ਤਾਂ ਹੁਣ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਕਿ ਫੋਰਵਰਡ ਤੇ ਬੈਕਵਰਡ ਨੂੰ ਆਪਾਂ ਕਿਵੇਂ ਮਾਈਂਡ ਦੇ ਵਿੱਚ ਰੱਖ ਸਕਦੇ ਹਾਂ, ਕਨਫਿਊਜ਼ ਨਹੀਂ ਹੋਣਾ ਜਿਹਦੇ ਨਾਲ ਆਪਾਂ, ਠੀਕ ਹੈ। ਹੁਣ ਦੇਖੋ ਅਗਰ ਮੈਂ ਗੱਲ ਕਰਾਂ ਕਿ ਫੋਰਵਰਡ ਦੀ, ਕਿ ਮੈਂ ਗੱਲ ਕਰ ਰਹੀ ਹਾਂ ਫੋਰਵਰਡ y1 ਦੀ, ਫੋਰਵਰਡ y1 ਨੂੰ ਆਪਾਂ ਕਿਵੇਂ ਸੋਲਵ ਕਰਾਂਗੇ। ਫੋਰਵਰਡ y1 ਹੋਏਗਾ ਮੈਂ ਇੱਕ ਸਟੈਪ ਅੱਗੇ ਚਲੀ ਗਈ, y1 ਤੋਂ ਇੱਕ ਸਟੈਪ ਅੱਗੇ ਜਾਵਾਂਗੇ ਤਾਂ ਕੀ ਹੋ ਜਾਏਗਾ y2 ਮਾਈਨਸ y1, ਠੀਕ ਹੈ। ਤਾਂ ਇੱਕ ਸਟੈਪ ਫੋਰਵਰਡ ਹੋ ਗਏ, ਇੱਕ ਸਟੈਪ ਅੱਗੇ ਚਲੇ ਗਏ, ਠੀਕ ਹੈ। ਤਾਂ ਮੇਰੇ ਕੋਲ y2 ਮਾਈਨਸ y1 ਹੋ ਗਿਆ। ਅਗਰ ਮੈਂ ਗੱਲ ਕਰਾਂ ਉਹੀ ਮੇਰੇ ਕੋਲ ਅਗਰ ਬੈਕਵਰਡ ਦੇ ਵਿੱਚ ਦੇਖਾਂ ਬੈਕਵਰਡ y1 ਕਿੱਦਾਂ ਹੋਏਗਾ, ਤਾਂ ਬੈਕਵਰਡ y1 ਮੇਰੇ ਕੋਲ ਹੋਏਗਾ ਜੀ y1 ਮਾਈਨਸ y ਨੋਟ। y1 ਮਾਈਨਸ y ਨੋਟ ਕਿੱਦਾਂ ਕਿ ਜਿੱਥੇ ਮੈਂ ਖੜੀ ਸੀ ਉੱਥੋਂ ਇੱਕ ਸਟੈਪ ਮੈਨੇ ਬੈਕ ਲੈ ਲਿਆ y1 ਤੋਂ y ਨੋਟ ਦੇ ਵਿੱਚ, ਠੀਕ ਹੈ। ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਮਾਈਂਡ ਨੂੰ ਥੋੜ੍ਹਾ ਸੈੱਟ ਕਰ ਸਕਦੇ ਹੋ, ਸਮਝ ਸਕਦੇ ਹੋ ਇਸ ਚੀਜ਼ ਨੂੰ ਕਿ ਫੋਰਵਰਡ ਤੇ ਬੈਕਵਰਡ ਨੂੰ ਆਪਾਂ ਕਿੱਦਾਂ ਯਾਦ ਰੱਖ ਸਕਦੇ ਹਾਂ, ਠੀਕ ਹੈ। ਹੁਣ ਜਿਹੜਾ ਕੋਈ ਡਿਫੀਕਲਟ ਹੈ ਨਹੀਂ, ਤਾਂ ਬਿਲਕੁਲ ਤੁਸੀਂ ਜੋ ਮੈਂ ਕਿਹਾ ਉਹਦੇ ਨਾਲ ਆਪਣੇ ਰੱਖ ਸਕਦੇ ਹੋ ਮਾਈਂਡ ਦੇ ਵਿੱਚ ਕਿ ਫੋਰਵਰਡ ਦੇ ਵਿੱਚ ਪਹਿਲਾਂ ਥੋੜ੍ਹਾ ਇੱਕ ਸਟੈਪ ਅੱਗੇ ਗਏ, ਵਾਪਸ ਉਸੇ ਸਟੈਪ 'ਤੇ ਆ ਗਏ, ਔਰ ਬੈਕਵਰਡ ਦੇ ਵਿੱਚ ਆਪਾਂ ਜਿੱਥੇ ਖੜੇ ਸੀ ਉਸ ਤੋਂ ਇੱਕ ਸਟੈਪ ਬੈਕ ਲੈ ਲਿਆ, ਠੀਕ ਹੈ। ਤੇ ਇਹ ਮੇਰੇ ਕੋਲ ਫੋਰਵਰਡ ਤੇ ਬੈਕਵਰਡ ਹੋ ਜਾਂਦਾ ਹੈ। ਹੁਣ ਥੋੜ੍ਹੇ ਦੇਖ ਲੈਂਦੇ ਹਾਂ, ਆਪਾਂ ਸਮਝ ਲੈਂਦੇ ਹਾਂ ਕਿ ਬੈਕਵਰਡ ਕਿਵੇਂ ਪਰਫੋਰਮ ਕਰਦਾ ਹੈ। ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦੱਸੀ ਸੀ ਕਿ ਜੇਕਰ ਆਪਾਂ ਫੋਰਵਰਡ ਦਾ ਟੇਬਲ ਦੇਖੀਏ ਤਾਂ ਫੋਰਵਰਡ ਦੇ ਟੇਬਲ ਦੇ ਵਿੱਚ ਕੀ ਹੈ ਕਿ ਜੋ ਮੇਰੇ ਕੋਲ y ਨੋਟ ਵਾਲੀਆਂ ਸਾਰੀਆਂ ਟਰਮਸ ਨੇ ਇਹ ਸਾਰੀਆਂ ਦੇ ਵਿੱਚ ਇਨਕਲੂਡਡ ਨੇ, ਔਰ ਸਾਰੀਆਂ ਹੀ ਕੀ ਨੇ ਇੰਪੋਰਟੈਂਟ ਨੇ, ਠੀਕ ਹੈ। ਤਾਂ ਇੱਥੇ ਇੱਕ ਚੀਜ਼ ਹੋ ਜਾਂਦੀ ਹੈ ਕਿ ਜੋ y ਨੋਟ ਵਾਲੀਆਂ ਟਰਮਸ ਨੇ ਇੱਥੇ ਜ਼ਿਆਦਾ ਇੰਪੋਰਟੈਂਟ ਰੋਲ ਰੱਖਦੀਆਂ ਨੇ। ਬਟ ਅਗਰ ਮੈਂ ਇਹੀ ਚੀਜ਼ ਬੈਕਵਰਡ ਟੇਬਲ ਦੇ ਵਿੱਚ ਦੇਖਾਂ ਤਾਂ ਬੈਕਵਰਡ ਟੇਬਲ ਦੇ ਵਿੱਚ ਮੈਂ ਦੇਖ ਪਾ ਰਹੀ ਹਾਂ ਕਿ ਇਹ ਵਾਲੀਆਂ ਜੋ ਟਰਮਸ ਨੇ ਨੀਚੋਂ ਪੂਰੀਆਂ ਲਾਸਟ ਟਰਮਸ ਜਿਸ ਨੂੰ ਮੈਂ ਬੈਕਵਰਡ ਬਾਈ 4, ਬੈਕਵਰਡ ਸਕੇਅਰ ਬਾਈ 4, ਠੀਕ ਹੈ, ਬੈਕਵਰਡ ਕਿਊਬ ਬਾਈ 4 ਇਸ ਤਰੀਕੇ ਨਾਲ ਬੋਲ ਸਕਦੀ ਹਾਂ। ਅਤੇ ਇਹ ਸਾਰੀਆਂ ਟਰਮਸ ਜ਼ਿਆਦਾ ਇੰਪੋਰਟੈਂਸ ਰੱਖਦੀਆਂ ਨੇ, ਠੀਕ ਹੈ। ਹੁਣ ਥੋੜ੍ਹਾ ਸਮਝ ਲੈਂਦੇ ਇਹ ਕਿੱਦਾਂ ਕੀ ਚੀਜ਼ ਹੈ, ਠੀਕ ਹੈ। ਹੁਣ ਜਿਵੇਂ ਕਿ ਆਪਾਂ ਫੋਰਵਰਡ ਦੇ ਵਿੱਚ ਸਾਰਾ ਕੁਛ ਦੇਖਿਆ, ਇਹਦੇ ਵਿੱਚ ਵੀ ਆਪਾਂ ਸਾਰਾ ਕੁਛ ਦੇਖ ਲੈਂਦੇ ਹਾਂ। ਜਿਵੇਂ ਕਿ ਮੈਂ ਕਹਾਂ ਕਿ ਬੈਕਵਰਡ y1 ਹੈ, ਠੀਕ ਹੈ, ਤਾਂ ਇਹ ਮੇਰੇ ਕੋਲ ਕੀ ਹੋਏਗਾ ਇੱਕ ਸਟੈਪ ਬੈਕ ਜਾਣਾ ਹੈ ਮੈਂ, ਠੀਕ ਹੈ। ਸਿਮਿਲਰਲੀ ਅਗਰ ਮੈਂ y2 ਕਹਾਂ ਤਾਂ y2 ਦੇ ਵਿੱਚ ਜਦੋਂ ਮੈਂ ਇੱਕ ਸਟੈਪ ਬੈਕ ਜਾਵਾਂਗੀ ਤਾਂ ਮੇਰੇ ਕੋਲ y2 ਮਾਈਨਸ y1 ਹੋ ਜਾਏਗਾ, ਠੀਕ ਹੈ। ਅਗਰ ਮੈਂ ਗੱਲ ਕਰਾਂ y3 ਦੀ ਤਾਂ ਇਹਦੇ ਵਿੱਚ ਜਦੋਂ ਮੈਂ ਇੱਕ ਸਟੈਪ ਬੈਕ ਜਾਵਾਂਗੀ ਤਾਂ y3 ਮਾਈਨਸ y2 ਹੋ ਜਾਏਗਾ ਅਪ ਟੂ ਸੋ ਔਨ। ਇਨ ਜਨਰਲ ਇੱਥੇ ਆਪਾਂ ਆਉਂਦੇ ਹਾਂ ਤਾਂ ਜਨਰਲ ਦੇ ਵਿੱਚ ਜੇਕਰ ਮੈਂ ਕਹਾਂ ਕਿ ਮੈਨੇ yn ਨਿਕਾਲਣਾ ਹੈ, ਠੀਕ ਹੈ, ਤਾਂ n ਦੇ ਵਿੱਚ ਕੀ ਹੋਏਗਾ yn ਔਰ ਇੱਕ ਸਟੈਪ ਪਿੱਛੇ yn ਮਾਈਨਸ 1। ਸਿੰਪਲ ਇਹ ਚੀਜ਼ ਬੈਠ ਗਈ ਹੋਏਗੀ ਤੁਹਾਡੇ ਮਾਈਂਡ ਦੇ ਵਿੱਚ, ਠੀਕ ਹੈ। ਅਤੇ ਇਸ ਚੀਜ਼ ਨੂੰ ਥੋੜ੍ਹਾ ਬਿਠਾ ਲਓ। ਨੈਕਸਟ ਅਗਰ ਆਪਾਂ ਗੱਲ ਕਰੀਏ ਹੁਣ ਸਕੇਅਰ, ਸਿਮਿਲਰਲੀ ਸਕੇਅਰ ਲਈ ਆਪਾਂ ਪੜ੍ਹਿਆ ਸੀ, ਠੀਕ ਹੈ, ਫੋਰਵਰਡ ਦੇ ਵਿੱਚ ਵੀ ਦੁਬਾਰਾ ਦੇਖ ਲੈਂਦੇ ਹਾਂ। ਤਾਂ ਸਕੇਅਰ ਜਦੋਂ ਆਪਾਂ ਸੋਲਵ ਕਰਾਂਗੇ, ਜਿਵੇਂ ਕਿ ਫੋਰਵਰਡ ਸਕੇਅਰ ਮੈਂ ਇੱਥੇ y2 ਨੂੰ ਸੋਲਵ ਕਰਾਂਗੀ, ਦੇਖੋ ਇੱਥੇ ਇੱਕ ਚੀਜ਼ ਧਿਆਨ ਰੱਖਿਓ, ਫੋਰਵਰਡ y1 ਨਹੀਂ ਬੈਕਵਰਡ y1 ਨਹੀਂ ਹੋਏਗਾ, ਬੈਕਵਰਡ y ਨੋਟ ਨਹੀਂ ਹੋਏਗਾ। ਕਿਉਂ ਨਹੀਂ ਹੋਏਗਾ? ਦੇਖੋ ਮੈਂ ਤੁਹਾਨੂੰ ਕਿਹਾ ਕਿ ਇੱਕ ਸਟੈਪ ਪਿੱਛੇ ਜਾਣਾ ਹੈ, ਮਤਲਬ y ਨੋਟ ਮਾਈਨਸ
ਇੱਕ ਸਟੈਪ ਪਿੱਛੇ ਤਾਂ ਨੈਗੇਟਿਵ ਆ ਗਿਆ ਨਾ, ਨੈਗੇਟਿਵ ਥੋੜੀ ਇਹਦੇ ਵਿੱਚ ਆਪਾਂ ਇਨਕਲੂਡ ਕੀਤਾ, ਹਾਲ ਤੱਕ ਤਾਂ ਆਪਾਂ ਨੈਗੇਟਿਵ ਦੀ ਕੋਈ ਗੱਲ ਹੀ ਨਹੀਂ ਕੀਤੀ, ਸੋ ਇਹ ਚੀਜ਼ ਨਹੀਂ ਹੋਏਗੀ। ਠੀਕ ਹੈ ਜੀ, ਤਾਂ ਉਹ ਚੀਜ਼ ਹੋਣ ਕਰਕੇ ਠੀਕ ਹੈ। ਸਿਮਿਲਰਲੀ ਇੱਕ ਸਟੈਪ ਆਪਾਂ ਪਿੱਛੇ ਵਾਈ ਨੋਟ ਜੋ ਹੈ ਇਹਦੇ ਵਿੱਚ ਫੋਰਵਰਡ ਨਹੀਂ ਹੁੰਦਾ। ਨੈਕਸਟ ਆਪਾਂ ਕਰ ਰਹੇ ਸੀ ਸਕੇਅਰ ਲਈ। ਸਕੇਅਰ ਲਈ ਆਪਾਂ ਇੱਥੇ ਗੱਲ ਕਰ ਰਹੇ ਸੀ ਕਿ ਬੈਕਵਰਡ ਸਕੇਅਰ y2 ਕਿੱਦਾਂ ਨਿਕਾਲਾਂਗੇ, ਤੇ ਇਹ ਬਿਲਕੁਲ ਹੋਏਗਾ ਬੈਕਵਰਡ y2 ਮਾਈਨਸ ਬੈਕਵਰਡ y1। ਇਸੇ ਤਰੀਕੇ ਨਾਲ ਸੋਲਵ ਕਰ ਰਹੇ ਸੀ ਆਪਾਂ। ਠੀਕ ਹੈ, ਤਾਂ ਹੁਣ ਜੇਕਰ ਮੈਂ ਇਸ ਨੂੰ ਖੋਲ ਕੇ ਦੇਖਾਂ ਤਾਂ ਮੇਰੇ ਕੋਲ ਕੀ ਬਣੇਗਾ, y2 ਮਾਈਨਸ y1 ਕਲੀਅਰ, ਮਾਈਨਸ ਅਗਰ ਮੈਂ ਇਸ ਨੂੰ ਖੋਲਾਂ ਤਾਂ ਮੇਰੇ ਕੋਲ ਕੀ ਬਣੇਗਾ, y1 ਮਾਈਨਸ y0। ਠੀਕ ਹੈ, y2 ਮਾਈਨਸ 2 y1 ਪਲਸ y0। ਇਹ ਕੀ ਹੋਇਆ, ਇਹ ਤਾਂ ਦੁਬਾਰਾ ਮੇਰੇ ਕੋਲ ਉਹੀ ਚੀਜ਼ ਬਣ ਗਈ ਜੋ ਕਿਤੇ ਨਾ ਕਿਤੇ ਮੇਰੇ ਕੋਲ ਫੋਰਵਰਡ ਲਈ ਬਣ ਰਹੀ ਸੀ। ਫੋਰਵਰਡ ਲਈ ਵੀ ਮੇਰੇ ਕੋਲ ਕੀ ਬਣ ਰਿਹਾ ਸੀ, ਆਪਾਂ ਇੱਥੇ ਸੋਲਵ ਕਰਕੇ ਦੇਖਿਆ ਸੀ। ਵੇਟ ਪੇਜ ਕਿੱਥੇ ਚਲਾ ਗਿਆ ਮੇਰਾ, ਚਲੋ ਆਪਾਂ ਇੱਥੇ ਹੀ ਦੇਖ ਲੈਂਦੇ ਜੋ ਆਪਣੇ ਨੋਟਬੁੱਕ 'ਤੇ ਲਿਖਿਆ ਹੋਇਆ। ਠੀਕ ਹੈ, ਫੋਰਵਰਡ ਲਈ ਵੀ ਆਪਾਂ ਦੇਖਿਆ ਸੀ ਕਿ ਫੋਰਵਰਡ ਲਈ ਮੇਰੇ ਕੋਲ ਕੀ ਬਣਿਆ ਸੀ, ਸੇਮ ਚੀਜ਼ ਬਣੀ ਸੀ y2 ਮਾਈਨਸ 2 y1 ਮਾਈਨਸ y0। ਠੀਕ ਹੈ, ਹੁਣ ਇੱਥੇ ਥੋੜ੍ਹਾ ਜਿਹਾ ਫਰਕ ਹੈ, ਉੱਥੇ ਮਾਈਨਸ ਸੀ ਇੱਥੇ ਪਲੱਸ ਹੈ। ਠੀਕ ਹੈ, ਆਈ ਥਿੰਕ ਸੋ ਨਹੀਂ ਸੇਮ ਹੀ ਬਣਿਆ ਸਾਰਾ। ਠੀਕ ਹੈ ਜੀ, ਤਾਂ ਬਿਲਕੁਲ ਹੁਣ ਅਗਰ ਆਪਾਂ ਕਿਊਬ ਲਈ ਸੋਲਵ ਕਰਾਂਗੇ, ਠੀਕ ਹੈ, ਤਾਂ ਕਿਊਬ ਲਈ ਕਰਾਂਗੇ ਤਾਂ ਬਿਲਕੁਲ ਮੇਰੇ ਕੋਲ ਕੀ ਆਏਗਾ, ਤੁਸੀਂ ਇੱਥੇ 3 ਲੈ ਸਕਦੇ ਹੋ। ਠੀਕ ਹੈ, ਉਸੇ ਤਰੀਕੇ ਨਾਲ ਸਾਰੇ ਆਪਾਂ ਜਨਰਲ ਆਪਾਂ ਡਾਇਰੈਕਟ ਕਰਦੇ ਹਾਂ, ਕਿਉਂਕਿ ਇਹਦੇ 'ਤੇ ਬੈਕਵਰਡ ਦੇ ਵਿੱਚ ਫੋਰਵਰਡ ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਹੈ, ਸੇਮ ਹੈ। ਤੁਸੀਂ ਖੁਦ ਕਰਕੇ ਦੇਖੋ, ਇੱਕ ਮੈंने ਐਕਸਪਲੇਨ ਕਰਤਾ, ਬਾਕੀ ਤੁਸੀਂ ਖੁਦ ਕਰੋਗੇ ਤਾਂ ਤੁਹਾਡੀ ਪ੍ਰੈਕਟਿਸ ਹੋਏਗੀ, ਤੁਹਾਨੂੰ ਕਲੀਅਰ ਹੋਊਗਾ। ਠੀਕ ਹੈ, ਹੁਣ ਤੁਸੀਂ ਖੁਦ ਜਨਰਲ ਬਣਾਓਗੇ ਫਾਰਮੂਲਾ ਤਾਂ ਤੁਹਾਨੂੰ ਆਪਣੇ ਮਾਈਂਡ ਦੇ ਵਿੱਚ ਖੁਦ ਕੀਤਾ ਹੋਇਆ ਕਦੇ ਨਹੀਂ ਮਾਈਂਡ ਦੇ ਵਿੱਚ ਸਕਿਪ ਹੁੰਦਾ। ਠੀਕ ਹੈ, ਤਾਂ ਉਹ ਚੀਜ਼ਾਂ ਤੁਸੀਂ ਥੋੜ੍ਹਾ ਪ੍ਰੈਕਟੀਕਲ ਵੇ ਨਾਲ ਖੁਦ ਵੀ ਕਰਨ ਦੀ ਕੋਸ਼ਿਸ਼ ਕਰਿਓ। ਤਾਂ ਇਨ ਜਨਰਲ ਅਗਰ ਆਪਾਂ ਗੱਲ ਕਰੀਏ ਤਾਂ ਮੇਰੇ ਕੋਲ ਕੀ ਹੋਏਗਾ, ਸਿਮਿਲਰਲੀ ਸਿੰਪਲ ਸ਼ਬਦਾਂ ਵਿੱਚ ਕਹੀਏ ਜੇਕਰ, ਚਲੋ ਇੱਥੇ ਜਸਟ ਆਨਸਰ ਮੈਂ ਲਿਖ ਦਿੰਦੀ ਹਾਂ, ਬਟ ਫਿਰ ਵੀ ਤੁਹਾਡੀ ਇੱਕ ਗੱਲ ਕਹੀਏ ਤਾਂ ਸੋਲਵ ਜ਼ਰੂਰ ਇਸ ਨੂੰ ਕਰਕੇ ਦੇਖਿਓ। ਠੀਕ ਹੈ ਜੀ, ਤਾਂ ਅਗਰ ਮੈਂ ਗੱਲ ਕਰਾਂ ਇਹਦੇ ਵਿੱਚ ਤਾਂ ਮੇਰੇ ਕੋਲ ਕੀ ਬਣ ਜਾਏਗਾ, ਸੋਰੀ ਇੱਥੇ y3 ਹੋਏਗਾ, ਤਾਂ ਮੇਰੇ ਕੋਲ ਬਣ ਜਾਏਗਾ ਇਹ ਚੀਜ਼ ਬਣੇਗੀ ਜੋ ਕਿ ਆਪਾਂ ਪਹਿਲਾਂ ਫੋਰਵਰਡ ਦੇ ਵਿੱਚ ਸੋਲਵ ਕੀਤੀ ਸੀ, ਔਰ ਬਿਲਕੁਲ ਮੈਂ ਦੇਖ ਪਾ ਰਹੀ ਹਾਂ ਕਿ ਸੇਮ ਚੀਜ਼ ਹੀ ਬਣ ਰਹੀ ਹੈ। ਸਿਮਿਲਰਲੀ ਜੇਕਰ ਮੈਂ 4 ਨੂੰ ਸੋਲਵ ਕਰਾਂਗੀ, ਠੀਕ ਹੈ, ਤਾਂ ਉਹ ਮੇਰੇ ਕੋਲ ਕੀ ਬਣ ਜਾਏਗਾ, y4 ਬਣ ਜਾਏਗਾ। ਠੀਕ ਹੈ, 4y3 ਪਲੱਸ 6y2, ਠੀਕ ਹੈ, ਮਾਈਨਸ 4 ਸੋਰੀ y1, ਠੀਕ ਹੈ ਜੀ, ਪਲੱਸ y0। ਇਸੇ ਤਰੀਕੇ ਨਾਲ ਸੋਨ ਚੱਲਦਾ ਰਹੇਗਾ। ਔਰ ਇੱਥੇ ਵੀ ਮੈਂ ਇੱਕ ਚੀਜ਼ ਨੋਟਿਸ ਕਰ ਪਾ ਰਹੀ ਹਾਂ, ਜਿਵੇਂ ਕਿ ਫੋਰਵਰਡ ਦੇ ਵਿੱਚ ਸੀ ਕਿ ਇਹ ਕਿਹੜੇ ਕੋਫੀਸ਼ੀਐਂਟਸ ਬਣ ਰਹੇ ਨੇ, ਬਾਈਨੋਮੀਅਲ ਕੋਫੀਸ਼ੀਐਂਟ ਬਣ ਰਹੇ ਨੇ। ਬਾਈਨੋਮੀਅਲ ਕੋਫੀਸ਼ੀਐਂਟ ਮੀਨ ਟੂ ਸੇ ਕਿ ਇਸ ਦਾ ਵੀ ਜੋ ਜਨਰਲ ਦੇ ਵਿੱਚ ਅਗਰ ਆਪਾਂ ਸੋਲਵ ਕਰਨ ਦੀ ਕੋਸ਼ਿਸ਼ ਕਰੀਏ ਤਾਂ ਜੋ ਜਨਰਲ ਫਾਰਮੂਲਾ ਬਣੇਗਾ ਉਹ ਵੀ ਕੀ ਬਣੇਗਾ, ਬਾਈਨੋਮੀਅਲ ਬਣੇਗੀ। ਠੀਕ ਹੈ, ਤਾਂ ਬਾਈਨੋਮੀਅਲ ਆਪਣੇ ਕੋਲ ਕਿਹੜੀ ਬਣੇਗੀ ਉਹ ਦੇਖ ਲੈਂਦੇ ਹਾਂ। ਬਾਈਨੋਮੀਅਲ ਹੋਏਗੀ ਜੀ ਆਪਣੇ ਕੋਲੇ, ਅਗਰ ਮੈਂ n ਟਾਈਮਸ ਕਰ ਰਹੀ ਹਾਂ ਬੈਕਵਰਡ ਬਾਈ n ਦਾ, ਤਾਂ ਮੇਰੇ ਕੋਲ ਕੀ ਹੋਏਗੀ, ਤੁਸੀਂ NC1 ਲਿਖਣਾ ਹੈ ਲਿਖ ਸਕਦੇ ਹੋ, ਅਦਰਵਾਈਜ਼ ਇੱਦਾਂ ਵੀ ਲਿਖ ਸਕਦੇ ਹੋ ਕਿਉਂਕਿ ਉਹਦੀ ਵੈਲਿਊ ਤਾਂ 1 ਹੀ ਆ ਜਾਣੀ ਹੈ। NC1 ਹੋ ਗਿਆ। ਠੀਕ ਹੈ, ਔਰ ਅਗਰ ਗੱਲ ਕਰੀਏ NC2 ਬਾਈ n ਮਾਈਨਸ 2 ਅਪ ਟੂ ਸੋ ਔਨ। ਠੀਕ ਹੈ ਜੀ, ਅਪ ਟੂ ਸੋ ਔਨ ਮੇਰੇ ਕੋਲ ਕੀ ਆਏਗਾ ਲਾਸਟ ਦੇ ਵਿੱਚ -1 ਦੀ ਪਾਵਰ n, ਕਿਉਂਕਿ ਆਲਟਰਨੇਟਿਵ ਸਾਈਨਸ ਨੇ। NCn ਤੁਸੀਂ ਲਿਖਣਾ ਹੈ ਲਿਖ ਸਕਦੇ ਹੋ। ਠੀਕ ਹੈ, ਕਿਉਂਕਿ ਵੈਲਿਊ ਤਾਂ 1 ਹੀ ਹੋ ਜਾਣੀ ਹੈ। ਔਰ y0 ਇਹ ਕੀ ਬਣੇਗੀ, ਮੇਰੇ ਕੋਲ ਬਾਈਨੋਮੀਅਲ ਬਣੇਗੀ। ਇਹ ਜਨਰਲ ਫਾਰਮੂਲਾ ਹੋਏਗਾ ਕਿਹਦਾ, ਬੈਕਵਰਡ ਦਾ। ਠੀਕ ਹੈ ਜੀ, ਤਾਂ ਇਹ ਵੀ ਮੇਰੇ ਕੋਲ ਕੀ ਹੈ, ਬਾਈਨੋਮੀਅਲ ਹੀ ਬਣ ਰਹੀ ਹੈ। ਤਾਂ ਇਹ ਸਾਰਾ ਕੁਝ ਸੀਗਾ ਬੈਕਵਰਡ ਦੇ ਵਿੱਚ। ਠੀਕ ਹੈ, ਤਾਂ ਇੰਨਾ ਵੀ ਕੋਈ ਉਹ ਨਹੀਂ ਹੈ। ਫੋਰਵਰਡ ਸਮਝ ਆ ਗਿਆ ਡਿਟੇਲ ਦੇ ਵਿੱਚ, ਬੈਕਵਰਡ ਮਿੰਟਾਂ ਸਕਿੰਟਾਂ ਦਾ ਖੇਲ ਹੈ ਫਿਰ ਤੁਹਾਡੇ ਲਈ। ਠੀਕ ਹੈ, ਨੈਕਸਟ ਇਸ ਤੋਂ ਇਲਾਵਾ ਗੱਲ ਕਰੀਏ ਥਰਡ ਦੀ। ਹੁਣ ਥੋੜ੍ਹਾ 1 ਮਿੰਟ ਦੇਖ ਲੈਂਦੇ ਹਾਂ ਆਪਾਂ ਜੋ ਪੜ੍ਹਨਾ ਹੈ। ਤਾਂ ਬਿਲਕੁਲ ਬੈਕਵਰਡ ਦਾ ਟੇਬਲ ਤੁਹਾਡੇ ਸਾਹਮਣੇ ਰਿਪਰਜੈਂਟ ਕੀਤਾ ਹੋਇਆ ਹੈ, ਫਸਟ ਡਿਗਰੀ। ਠੀਕ ਹੈ, ਆਫਟਰ ਦੈਟ ਅਗਰ ਗੱਲ ਕਰੀਏ ਸੈਕਿੰਡ ਫਸਟ ਡਿਗਰੀ ਦਾ ਜੋ ਜਨਰਲ ਹੈ, ਸੈਕਿੰਡ ਡਿਗਰੀ ਹੋ ਗਿਆ। ਜਨਰਲੀ ਆਪਾਂ ਇਸ ਨੂੰ ਕਿੱਦਾਂ ਲਿਖ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਆ ਜਾਂਦਾ ਜੀ ਆਪਣੇ ਕੋਲ ਸੈਂਟਰਲ ਡਿਫਰੈਂਸ। ਤਾਂ ਸੈਂਟਰਲ ਡਿਫਰੈਂਸ ਵੀ ਇੰਪੋਰਟੈਂਟ ਹੈ, ਜਿਵੇਂ ਫੋਰਵਰਡ ਅਤੇ ਬੈਕਵਰਡ ਇੰਪੋਰਟੈਂਟ ਨੇ। ਤਾਂ ਸੈਂਟਰਲ ਡਿਫਰੈਂਸ ਦੀ ਅਗਰ ਆਪਾਂ ਗੱਲ ਕਰੀਏ, ਸੈਂਟਰਲ ਡਿਫਰੈਂਸ ਮੇਰੇ ਕੋਲ ਕਿੱਦਾਂ ਹੋਏਗਾ, ਹੁਣ ਉੱਦਾਂ ਹੀ ਇਸ ਦੇ ਵੀ ਟੇਬਲ ਦੇ ਨਾਲ ਹੀ ਇਸ ਨੂੰ ਸਮਝਾਂਗੇ। ਐਕਸ ਦੀਆਂ ਵੈਲਿਊਜ਼ ਹੋਣਗੀਆਂ, ਵਾਈ ਦੀਆਂ ਵੈਲਿਊਜ਼ ਹੋਣਗੀਆਂ। ਠੀਕ ਹੈ, ਫੋਰਵਰਡ ਦਾ ਸਿੰਬਲ ਤੁਸੀਂ ਦੇਖ ਲਿਆ ਕੀ ਹੁੰਦਾ, ਬੈਕਵਰਡ ਦਾ ਸਿੰਬਲ ਤੁਸੀਂ ਦੇਖ ਲਿਆ। ਹੁਣ ਥੋੜ੍ਹਾ ਜਿਹਾ ਸੈਂਟਰਲ ਵੱਲ ਆ ਜਾਂਦੇ ਹਾਂ। ਤਾਂ ਬਿਲਕੁਲ x0, x1, x2, x3 ਐਂਡ x4। ਸਿਮਿਲਰਲੀ ਮੇਰੇ ਕੋਲ y ਦੀਆਂ ਵੈਲਿਊਜ਼ ਹੋਣਗੀਆਂ y1, y2, y3 ਐਂਡ y4। ਠੀਕ ਹੈ, ਹੁਣ ਅਗਰ ਗੱਲ ਕਰੀਏ ਅੱਗੇ ਇਹਨਾਂ ਨੂੰ ਸੋਲਵ ਕਰਦੇ ਹਾਂ। ਮੈਨੇ ਹੁਣ ਨਿਕਾਲਣਾ ਸੈਂਟਰਲ। ਨਿਕਾਲਣਾ ਤਾਂ ਡਿਫਰੈਂਸ ਹੀ ਹੈ ਨਾ, ਕਰਨਾ ਤਾਂ ਆਪਾਂ ਨੂੰ ਮਾਈਨਸ ਹੀ ਪਏਗਾ। ਹੁਣ ਜਦੋਂ ਮੈਨੇ ਡਿਫਰੈਂਸ ਨਿਕਾਲਣਾ ਹੈ, ਕਰਨਾ ਤਾਂ ਮਾਈਨਸ ਹੀ ਹੈ, ਤਾਂ ਬਟ ਇੱਥੇ ਮੈਨੇ ਸੈਂਟਰਲ ਨਿਕਾਲਣਾ ਹੈ। ਸੈਂਟਰਲ ਮਤਲਬ ਸੈਂਟਰ ਦੀ ਗੱਲ ਹੋ ਰਹੀ ਹੈ। ਤਾਂ ਮੈਂ ਇੱਥੇ y1 ਅਤੇ y0 ਨੂੰ ਲੈ ਰਹੀ ਹਾਂ।
y1 ਤੇ y0 ਨੂੰ ਲੈ ਰਹੀ ਹਾਂ, ਜਦੋਂ मैं ਇਹਨਾਂ ਦਾ डिफरेंस निकाल रही हाँ और मैंने सेंट्रल, ना मैंने अगे जाना है, ना मैंने फॉरवर्ड जाना है, ना मैंने बैकवर्ड जाना है, मैंने जाना है सेंट्रल। सेंट्रल किद्दां होएगा, मैं देख पा रही हाँ 1 और 0 के सेंटर च की हुंदा जी, 1 और 0 के सेंटर दे विच तां की हुंदा 1/2 हुंदा, ठीक है। और सेंट्रल का मेरे को सिंबल की है, दिस वन इज़ अ सिंबल ऑफ सेंट्रल डिफरेंस, ठीक है। तो मेरे को की आ गई जी वैल्यू y1/2। क्लीयर है ये चीज़, ठीक है। थोड़ा होर देख रहे हैं तो बिल्कुल इसनों पहले तो मैं सिंबल तुहाडे सामने लिखदा, इस तरीके का जो सिंबल अपने कोल होएगा। अगे अगर गल करिए, हुण मैंने निकालना है y1 ते y2 का। हुण मैंने y1 माइनस y2 माइनस y1 का सेंट्रल डिफरेंस निकालना है। सेंट्रल डिफरेंस मतलब सिंबल लगाता पहला तो। हुण y2 ते y1 दे विच की हुंदा जी, y2 और y1 दे विच सेंटर दे विच की हुंदा 3/2 होएगा, ठीक है। 3/2 इन्हां दोनों के सेंटर दे विच होएगा, तो ओबवियस जी गल है, इत्थे मेरे को की आ जाएगा फॉरवर्ड 3/2, ठीक है। हुण अगे इत्थे मेरे को की आ जाएगा फॉरवर्ड 5/2, इन्हां दोनों के सेंटर दे विच की हुंदा फॉरवर्ड 7/2। ईजी, ठीक है। तो जेकर इस तरीके नाल तुसीं सोचो ना तो तुसीं कदे कन्फ्यूज नहीं होवोगे कि पहला किस तरीके नाल सॉल्व करना है, फॉरवर्ड च की लैना है, बैकवर्ड च की लैना है। इन्हां गल्लां नूं अपने माइंड दे विच रखो। जो वर्ड है फॉरवर्ड डिफरेंस, उन्हां दे अकॉर्डिंग ही अपनी सोल्यूशन लभण दी खुद कोशिश करो, ठीक है। नैक्सट अगर गल करिए इस तो बाद नैक्सट जो स्टैप है फॉरवर्ड स्केयर सेंट्रल स्केयर का, सेंट्रल डिफरेंस का अगर स्केयर सेंट्रल स्केयर की गल करिए तो इत्थे भी मैंने हुण इन्हां दोनों का डिफरेंस देखना है, ठीक है। हुण इन्हां दोनों का जो मैं डिफरेंस देखांगी तो ध्यान नाल देखो, मैंने डिफरेंस देखना है सेंट्रल डिफरेंस 1/2 और सेंट्रल डिफरेंस किदा 3/2 का। हुण लैना तो मैंने इन्हां दोनों का भी की है, सेंटर है ना। 3/2 और 1/2 का सेंटर की हुंदा जी 1 हुंदा, ठीक है। 3/2 मीन टू से 1.5 हो गया, 1/2 मीन टू से 0.5 हो गया। हुण इन्हां दोनों का सेंटर की अगर मैं गल करा तो सेंटर मेरे को की होएगा जी 1 ही होएगा ना, ठीक है। हुण सिमिलरली इन्हां दोनों का जो सेंटर है वो मेरे को की होएगा 2 होएगा, ठीक है। y2 इत्थे y लिखना भुल गई मैं, सॉरी। इन्हां दोनों का अगर सेंटर की गल करिए तो इन्हां दोनों का सेंटर की होएगा, इन्हां दोनों का सेंटर होएगा y3, ठीक है। क्लीयर है ये चीज़। हुण तुसीं मैनूं नहीं लगदा हुण तुसीं कदे माइंड दे विच स्किप करोगे इसनूं, ठीक है। हुण अगर गल करिए तो अगर क्यूब निकालना है, हुण क्यूब मैंने इन्हां दोनों का निकालना है, ठीक है। हुण इत्थे फिर की आ गया मेरे को, अगर मैं देखा तो मेरे को आ गया सेंट्रल स्केयर y2 माइनस सेंट्रल स्केयर y1, ठीक है। हुण इन्हां दोनों का मैंने माइनस करना है, तो इन्हां दोनों का माइनस करांगे तो किद्दां होऊगा, 2 और 1 का की हुंदा जी सेंटर 1/2 हुंदा, ठीक है। सॉरी 3/2 हुंदा, ठीक है। 2 और 1 का सेंटर की होएगा 3/2, तो बिल्कुल इत्थे मेरे को लगेगी जरूर क्यूब, बट इत्थे मेरे को क्या आएगा 3/2। 2 ते 3 का सेंटर की हुंदा जी 5/2, ठीक है। नैक्सट अगर गल करिए पावर 4 की, हुण मेरे को आ जाता अगे सेंट्रल डिफरेंस पावर 4, तो इन्हां दोनों का डिफरेंस करके लगा दो, ठीक है जी। पावर 4 के नाल 5/2 और 3/2 का अगर सेंटर की गल करिए तो मेरे को की होएगी 2 होएगी, ठीक है। तो इस तरीके नाल जो टेबल है जेकर तुसीं बना लिया तो खुद बनाओ, एक बार वीडियो के समझो, आफ्टर दैट जो तुसीं रिविजन करोगे जो कुछ भी तो खुद बनाओ, ठीक है। तो यह चीज़ होगी अपने को, यह अपने को टेबल है सेंट्रल टेबल है, ठीक है। तो सिंबल तो हमें इत्थे क्लीयर हो गया सेंट्रल डिफरेंस का सिंबल की हुंदा है, ठीक है। नैक्सट अगर आप गल करिए हुण इहदे बारे थोड़ा डिटेल दे विच जान लैंदे, समझ लैंदे। इहदे विच जो इंपोर्टेंट वैल्यूज़ ने वो किहड़ियां ने वो देख लैंदे, ठीक है। फॉरवर्ड दे विच आपां उपरों नीचे आ रहे सी, स्टार्टिंग दी जो वैल्यू सी फॉरवर्ड वालियां वो इंपोर्टेंट सी, बैकवर्ड दे विच जो बैक वालियां लास्ट वालियां वैल्यू सीगियां वो इंपोर्टेंट सीगियां। हुण सेंट्रल दे विच सेंटर वालियां वैल्यूज़ की होणगियां इंपोर्टेंट होणगियां, मीन टू से सेंटर वालियां वैल्यूज़। हुण इत्थे तां सेंटर यही है, बट इत्थे सेंटर जो है ये 2 वैल्यूज़ ने ना, ठीक है। अगले दे विच सेंटर ए बन जाता है, उस तो बाद सेंटर ये 2 वैल्यूज़ बन जांदियां ने ना, ठीक है। उस तो बाद सेंटर ए बन जाता है, मतलब ये सारी वैल्यूज़ ने इंपोर्टेंट ने, इन्होंने अपने अपने माइंड में रखना, ठीक है। इंपोर्टेंट मीन टू से ज़्यादा इंपोर्टेंट रोल ये प्ले करते हैं, इदा कोई खास नहीं कि होर किसी को आप देखना ही नहीं, मतलब ध्यान दे थोड़ा रखना इन्होंने, ठीक है। तो बिल्कुल ये सारा कुछ आप देखा सेंट्रल दे विच, ते सेंट्रल दे विच थोड़ा होर आप देख लैंदे कि जनरली आप किद्दां लिख सकते हैं वो सारा कुछ, ठीक है। हुण वैसे तो आपको क्लीयर हो ही गया कि जेकर मैं सेंट्रल डिफरेंस निकाल रही हाँ 1/2 का, तो हुण तुसीं खुद भी बड़ी ईजीली कर लोगे कि मेरे को की होएगा y1 माइनस y0 होएगा, ठीक है। अगर मैं सेंट्रल डिफरेंस निकाल रही हाँ 5/2 का,
ਤਾਂ ਉਹ ਮੇਰੇ ਕੋਲ ਕੀ ਹੋਏਗਾ y3 - y2 ਹੋਊਗਾ। ਅਪ ਟੂ ਸੋਨ ਚੱਲਦਾ ਜਾਏਗਾ। ਠੀਕ ਹੈ, ਇਸੇ ਤਰੀਕੇ ਨਾਲ ਜਾਏਗਾ ਪੂਰਾ ਦਾ ਪੂਰਾ ਸੈਂਟਰਲ ਡਿਫਰੈਂਸ ਗੱਲ ਕਰੀਏ। ਹੁਣ ਇਹਦੇ ਵਿੱਚ ਜਨਰਲ ਫਾਰਮੂਲਾ ਕਿੱਦਾਂ ਬਣੂਗਾ? ਜਨਰਲੀ ਅਗਰ ਆਪਾਂ ਗੱਲ ਕਰੀਏ ਤਾਂ ਮੇਰੇ ਕੋਲ ਸੈਂਟਰ ਡਿਫਰੈਂਸ yr ਕਿੱਦਾਂ ਬਣੂਗਾ? ਠੀਕ ਹੈ, ਹੁਣ ਉਹ ਮੇਰੇ ਕੋਲ ਕੀ ਹੋਊਗਾ y। ਇੱਕ ਚੀਜ਼ ਮੈਨੇ ਧਿਆਨ ਦੇ ਵਿੱਚ ਦੇਖੀ ਕਿ ਇੱਥੇ ਮੇਰੇ ਕੋਲ ਕੀ ਹੋ ਰਿਹਾ ਹੈ, ਜੋ ਵੀ ਇੱਥੇ ਵੈਲਿਊ ਹੈ ਉਹਦੇ ਵਿੱਚ ਜੇ ਮੈਂ ਪਲੱਸ ਕਰ ਦੇਣੀ ਆ ਹਾਫ। ਠੀਕ ਹੈ, ਔਰ ਇੱਥੇ ਮੇਰੇ ਕੋਲ ਕੀ ਹੋ ਰਿਹਾ, ਜੋ ਵੀ ਮੇਰੇ ਕੋਲ ਵੈਲਿਊ ਹੈ ਉਹਦੇ ਵਿੱਚੋਂ ਮੈਂ ਮਾਈਨਸ ਕਰ ਰਹੀ ਹਾਂ ਹਾਫ। ਥੋੜਾ करके देखियो, दिमाग लगा के देखियो। 1/2 है, 1/2 ਦੇ ਵਿੱਚ ਮੈਂ 1/2 ਨੂੰ ਐਡ ਕਰੂੰਗੀ, ਮੇਰੇ ਕੋਲ 1 ਬਣ ਜਾਣਾ ਹੈ। 1/2 ਦੇ ਵਿੱਚ ਮੈਂ 1/2 ਨੂੰ ਬਣ ਜਾਣਾ ਹੈ, 0 ਬਣ ਜਾਣਾ ਹੈ। ਠੀਕ ਹੈ, ਤੇ ਜੋ ਮੇਰੇ ਕੋਲ ਵੈਲਿਊ ਆ ਉਹਦੇ ਵਿੱਚ ਫਸਟ ਦੇ ਵਿੱਚ ਤਾਂ ਮੈਂ ਐਡ ਕਰ ਰਹੀ ਹਾਂ ਹਾਫ, ਔਰ ਲਾਸਟ ਦੇ ਵਿੱਚ ਕੀ ਕਰ ਰਹੀ ਹਾਂ, ਹਾਫ ਨੂੰ ਮਾਈਨਸ ਕਰ ਰਹੀ ਹਾਂ। ਠੀਕ ਹੈ ਜੀ, ਤਾਂ ਉਹ ਚੀਜ਼ ਇਹਦੇ ਵਿੱਚ ਇਹ ਕੀ ਹੋ ਜਾਂਦੀ ਹੈ, ਇੱਕ ਜਨਰਲ ਫਾਰਮੂਲਾ ਹੋ ਜਾਂਦਾ ਕਿਹਦਾ, ਸੈਂਟਰਲ ਡਿਫਰੈਂਸ ਦਾ। ਠੀਕ ਹੈ, ਤਾਂ ਦੇਖ ਲੈਂਦੇ ਇਸ ਨੂੰ ਆਪਾਂ ਨੇ ਕੀ ਦੇਖਿਆ ਇਹਦੇ ਵਿੱਚ। ਤਾਂ ਇਹ ਆਪਾਂ ਨੇ ਟੇਬਲ ਸਮਝਿਆ ਡਿਟੇਲ ਦੇ ਵਿੱਚ। ਆਫਟਰ ਦੈਟ ਅਗਰ ਆਪਾਂ ਗੱਲ ਕਰੀਏ, ਇਸ ਤੋਂ ਬਾਅਦ ਆਪਾਂ ਦੇਖਿਆ ਕਿ ਹਾਂਜੀ ਬਿਲਕੁਲ ਜੋ ਜਨਰਲ ਜਿਹਾ ਫਾਰਮੂਲਾ ਉਹ ਆਪਾਂ ਦੇਖਿਆ। ਠੀਕ ਹੈ, ਤਾਂ ਇਹ ਤਾਂ ਜਿਹੜੇ ਆਪਣੇ ਤਿੰਨ ਗੱਲ ਕਰੀਏ ਆਪਾਂ ਜੋ ਡਿਫਰੈਂਸ ਸੀਗੇ, ਠੀਕ ਹੈ, ਫਿਨਾਈਟ ਡਿਫਰੈਂਸਿਸ ਆਪਾਂ ਜਿਸ ਨੂੰ ਬੋਲਦੇ ਨੇ, ਉਹ ਸੀਗੇ ਆਪਣੇ ਕਿਹੜੇ ਕਿਹੜੇ ਸੀਗੇ, ਫੋਰਵਰਡ, ਬੈਕਵਰਡ ਐਂਡ ਕੀ ਕਹਿੰਦੇ ਹਨ, ਸੈਂਟਰਲ ਡਿਫਰੈਂਸ। ਠੀਕ ਹੈ, ਹੁਣ ਅੱਗੇ ਦੇਖਦੇ ਹਾਂ ਕੁਝ ਹੋਰ ਸਮ ਅਦਰ ਆਪਰੇਟਰਸ ਜੋ ਕਿ ਇੰਪੋਰਟੈਂਟ ਨੇ, ਜਿਹਦੇ ਵਿੱਚੋਂ ਕੁਐਸਚਨ ਬਣਦਾ ਹੈ। ਠੀਕ ਹੈ, ਤਾਂ ਸਮ ਅਦਰ ਡਿਫਰੈਂਸਿਸ ਆਪਾਂ ਪੜ੍ਹ ਰਹੇ ਹਾਂ ਹੁਣ। ਤਾਂ ਅਦਰ ਡਿਫਰੈਂਸਿਸ ਕਿਹੜੇ ਕਿਹੜੇ ਨੇ? ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੱਡਾ ਨਾਮ ਇੱਥੇ ਨਜ਼ਰ ਆ ਹੀ ਰਿਹਾ ਹੁਣ, ਸ਼ਿਫਟ ਆਪਰੇਟਰ। ਸ਼ਿਫਟ ਆਪਰੇਟਰ ਨੂੰ ਸਮਝ ਲੈਂਦੇ ਹਾਂ ਥੋੜ੍ਹਾ ਜਿਹਾ। ਸ਼ਿਫਟ ਆਪਰੇਟਰ ਡਿਨੋਟ ਕਰਦੀਆਂ ਜੀ ਮੈਂ ਈ ਨਾਲ। ਸ਼ਿਫਟ ਕਰਨਾ ਇਹਦੇ ਵਿੱਚ ਆਪਾਂ, ਸ਼ਿਫਟ ਆਪਰੇਟਰ ਮੀਨ ਟੂ ਸੇ ਸ਼ਿਫਟ ਕਰਨਾ ਹੈ। ਠੀਕ ਹੈ, ਸ਼ਿਫਟ ਕਰਨ ਦਾ ਮਤਲਬ ਕੀ ਹੈ? ਸਭ ਤੋਂ ਪਹਿਲਾਂ ਤਾਂ ਉਹੀ ਚੀਜ਼ ਆ ਗਈ, ਡਿਨੋਟ ਕਰਦੇ ਹਾਂ ਈ ਦੇ ਨਾਲ। ਸ਼ਿਫਟ ਆਪਰੇਟਰ ਦਾ ਮਤਲਬ ਕੀ ਹੈ? ਲੈਟ। ਠੀਕ ਹੈ, ਲੈਟ ਮੈਨੇ ਇੱਥੇ ਤੁਹਾਨੂੰ ਦੇ ਦਿੱਤਾ, ਕੋਈ ਵੀ ਮੇਰੇ ਕੋਲ ਹੈ ਵਾਈ, ਲੈਟ ਲਗਾ ਲਓ ਤੁਸੀਂ 2 ਹੈ। ਠੀਕ ਹੈ, ਨਾਲ ਮੈਨੇ ਇਸ ਦੇ ਸ਼ਿਫਟ ਆਪਰੇਟਰ ਲਗਾਤਾ, ਹੁਣ y2 ਹੈ। ਠੀਕ ਹੈ, ਕਿਵੇਂ ਵੀ ਹੋ ਸਕਦਾ, ਤਾਂ ਨਾਲ ਇਹਦੇ ਮੈਨੇ ਸ਼ਿਫਟ ਆਪਰੇਟਰ ਲਗਾਤਾ 2 ਟਾਈਮਸ। ਠੀਕ ਹੈ, ਤਾਂ ਮੇਰੇ ਕੋਲ ਕੀ ਬਣੇਗਾ, ਮੈਨੇ y2 ਨੂੰ 2 ਟਾਈਮਸ ਸ਼ਿਫਟ ਕਰਨਾ ਹੈ, ਮੀਨ ਟੂ ਸੇ ਮੇਰੇ ਕੋਲ y4 ਬਣ ਗਿਆ। ਤਾਂ ਇੱਥੇ ਮੈਨੇ ਕੀ ਕੀਤਾ, ਐਡੀਸ਼ਨ ਕੀਤਾ। ਐਡੀਸ਼ਨ ਮੀਨ ਟੂ ਸੇ ਕਿ ਅਗਰ ਮੈਂ ਕਹਿ ਰਹੀ ਹਾਂ ਕਿ ਮੇਰੇ ਕੋਲ e ਪਾਵਰ n ਹੈ ਔਰ y ਪਾਵਰ r ਹੈ, ਔਰ ਮੈਨੇ ਇਸ ਨੂੰ ਸ਼ਿਫਟ ਕਰਨਾ ਹੈ, ਤਾਂ ਮੈਂ ਇਸ ਦੇ ਵਿੱਚ ਕੀ ਕਰ ਦੇਵਾਂਗੀ ਜੀ, ਐਡ ਕਰ ਦੇਵਾਂਗੀ r+n, ਜਾਂ ਫਿਰ n+r ਲਿਖ ਲਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਠੀਕ ਹੈ, ਤਾਂ ਇਹ ਚੀਜ਼ ਸੀਗੀ ਸ਼ਿਫਟ ਆਪਰੇਟਰ 'ਚ, ਹੋਰ ਕੁਛ ਵੀ ਨਹੀਂ ਹੈ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਿ ਰਹੀ ਹਾਂ e ਦੀ ਪਾਵਰ -1 ਹੈ ਔਰ y ਦੀ ਵੈਲਿਊ ਅਗਰ ਆਪਾਂ ਕਹਾਂ 3 ਹੈ, y3 ਹੈ ਮੇਰੇ ਕੋਲ, ਤਾਂ ਇਹ ਮੇਰੇ ਕੋਲ ਕੀ ਬਣ ਜਾਏਗਾ, y2। ਈਜ਼ੀ, ਦਿਸ ਇਜ਼ ਨੋਨ ਐਜ਼ ਸ਼ਿਫਟ ਆਪਰੇਟਰ। ਜਿੱਥੇ ਮੇਰੇ ਕੋਲ n ਦੀ ਵੈਲਿਊ ਕੁਛ ਵੀ ਹੋ ਸਕਦੀ ਹੈ, ਇੰਟੀਜ਼ਰ, ਪੋਜ਼ੀਟਿਵ ਵੀ ਹੋ ਸਕਦੀ ਹੈ, ਨੈਗੇਟਿਵ ਵੀ ਹੋ ਸਕਦੀ ਹੈ। ਤੁਸੀਂ ਲਿਖ ਸਕਦੇ ਹੋ n ਕੀ ਹੋ ਸਕਦਾ ਹੈ, ਇੰਟੀਜ਼ਰ, n ਇਜ਼ ਇੰਟੀਜ਼ਰ। ਠੀਕ ਹੈ, ਜੇ ਇੰਟੀਜ਼ਰ ਹੈ ਤਾਂ ਪੋਜ਼ੀਟਿਵ ਨੈਗੇਟਿਵ ਕੋਈ ਫਰਕ ਨਹੀਂ ਪੈਂਦਾ, 0 ਵੀ ਹੋ ਸਕਦੀ ਹੈ। ਠੀਕ ਹੈ, ਤਾਂ ਇੱਥੇ n ਇੱਕ ਇੰਟੀਜ਼ਰ ਹੈ, ਬਟ ਆਪਾਂ r ਦੀ ਵੈਲਿਊ ਦਾ ਥੋੜ੍ਹਾ ਧਿਆਨ ਰੱਖਣਾ ਹੈ। ਠੀਕ ਹੈ, ਤਾਂ ਇਸ ਤਰੀਕੇ ਨਾਲ ਆਪਾਂ ਜੋ ਸ਼ਿਫਟ ਆਪਰੇਟਰਸ ਨੇ ਉਹ ਲਗਾਉਂਦੇ ਹਾਂ। ਤਾਂ ਇਹ ਵੀ ਇੱਕ ਇੰਪੋਰਟੈਂਟ ਜਿਹਾ ਪੁਆਇੰਟ ਹੈ। ਤਾਂ ਬਿਲਕੁਲ ਛੋਟੀ ਜਿਹੀ ਚੀਜ਼ ਸੀ ਇਹ, ਡਿਨੋਟ ਕਰਦੇ ਹਾਂ ਈ ਦੇ ਨਾਲ, ਔਰ ਜਨਰਲੀ ਆਪਾਂ ਇਸ ਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ। ਠੀਕ ਹੈ, ਹੁਣ ਅੱਗੇ ਆ ਜਾਂਦਾ ਮੀਨ ਆਪਰੇਟਰ। ਮੀਨ, ਐਵਰੇਜ, ਠੀਕ ਹੈ, ਕਿਸੇ ਵੀ ਨਾਮ ਨਾਲ ਪੁਕਾਰ ਲਓ, ਮੀਨ ਆਪਰੇਟਰ ਬੋਲੋ, ਐਵਰੇਜ ਆਪਰੇਟਰ ਬੋਲੋ, ਮਰਜ਼ੀ ਹੈ ਤੁਹਾਡੀ। ਹੁਣ ਮੀਨ ਆਪਰੇਟਰ ਦਾ ਸਿੰਬਲ ਕੀ ਹੈ? ਦਿਸ ਇਜ਼ ਦ ਸਿੰਬਲ ਆਫ ਮੀਨ ਆਪਰੇਟਰ। ਠੀਕ ਹੈ, ਹੁਣ ਮੀਨ ਆਪਰੇਟਰ ਦੇ ਵਿੱਚ ਕੀ ਹੁੰਦਾ ਹੈ? ਮੀਨ ਆਪਰੇਟਰ ਦੇ ਵਿੱਚ ਜੇਕਰ ਹੁਣ ਮੈਂ y r ਦੇ ਵਿੱਚ ਅਗਰ ਮੈਂ ਮੀਨ ਆਪਰੇਟਰ ਲਗਾ ਰਹੀ ਹਾਂ, ਪਹਿਲਾਂ ਐਗਜ਼ਾਮਪਲ ਦੇਖ ਲਓ, ਅਗਰ ਮੈਂ y1 ਦੇ ਵਿੱਚ ਮੀਨ ਆਪਰੇਟਰ ਲਗਾ ਰਹੀ ਹਾਂ ਤਾਂ ਮੇਰੇ ਕੋਲ ਕੀ ਬਣੇਗਾ? ਪਹਿਲੀ ਗੱਲ ਤਾਂ ਮੂਹਰੇ ਹਾਫ ਲੱਗੇਗਾ। ਠੀਕ ਹੈ ਜੀ, ਔਰ ਅੰਦਰ ਮੇਰੇ ਕੋਲ ਕੀ ਹੋਏਗਾ, y1/2 ਪਲੱਸ y3/2। ਆ ਮੈਨੇ ਕੀ ਕੀਤਾ, ਇੱਥੇ ਕੀ ਹੋ ਗਿਆ? ਇੱਥੇ ਕੁਛ ਨਹੀਂ ਹੋਇਆ, ਇੱਥੇ ਮੈਨੇ ਹਾਫ ਨੂੰ ਐਡ ਕਰਤਾ ਔਰ ਹਾਫ ਨੂੰ ਮਾਈਨਸ ਕਰਤਾ। ਕਿੱਦਾਂ ਦੇਖੋ, ਸਿੰਪਲ, ਅਗਰ ਮੈਂ ਜਨਰਲੀ ਇੱਥੇ ਲਿਖਣ ਦੀ ਕੋਸ਼ਿਸ਼ ਕਰਾਂ ਤਾਂ ਮੇਰੇ ਕੋਲ 1/2 ਤਾਂ ਹਰ ਇੱਕ ਦੇ ਵਿੱਚ ਆਏਗਾ ਹੀ ਆਏਗਾ। ਮੀਨ ਆਪਰੇਟਰ ਦੇ ਵਿੱਚ ਜਦੋਂ ਆਪਾਂ ਲਗਾਉਣਾ ਤਾਂ 1/2 ਤਾਂ ਆਉਣਾ ਹੀ ਆਉਣਾ, ਨੋ ਡਾਊਟ। ਇਹਦੇ ਵਿੱਚ ਕੀ ਹੋਏਗਾ, yr ਪਲੱਸ 1/2 ਹੋ ਜਾਏਗਾ, ਇੱਥੇ ਸੌਰੀ ਮਾਈਨਸ ਹੋ ਜਾਏਗਾ, ਔਰ yr ਪਲੱਸ 1/2 ਹੋ ਜਾਏਗਾ। ਇੱਕ ਦੇ ਵਿੱਚ ਆਪਾਂ ਮਾਈਨਸ ਕਰਨਾ ਹੈ, ਇੱਕ ਦੇ ਵਿੱਚ ਪਲੱਸ ਕਰਨਾ ਹੈ। ਠੀਕ ਹੈ, ਜੇ ਨਹੀਂ ਕਲੀਅਰਲੀ ਨਜ਼ਰ ਆ ਰਿਹਾ ਮੈਂ ਦੁਬਾਰਾ ਲਿਖ ਦੇਣੀ ਹਾਂ ਵਿੱਚ, ਇੱਥੇ ਆਪਾਂ ਦੁਬਾਰਾ ਲਿਖ ਦਿੰਦੇ ਹਾਂ। ਜੋ ਮੀਨ ਆਪਰੇਟਰ ਹੈ, ਅਗਰ ਮੈਂ yr ਦੇ ਉੱਪਰ ਲਗਾ ਰਹੀ ਹਾਂ ਤਾਂ ਉਹ ਕਿਸ ਤਰੀਕੇ ਨਾਲ ਕੰਮ ਕਰੇਗਾ, ਹਾਫ। ਪਹਿਲਾਂ ਤਾਂ ਕੀ ਹੋਏਗਾ, r ਦੇ ਵਿੱਚੋਂ ਹਾਫ ਨੂੰ ਮਾਈਨਸ ਕਰਨਾ ਹੈ, ਪਲੱਸ r ਦੇ ਵਿੱਚੋਂ ਹਾਫ ਨੂੰ ਕੀ ਕਰ ਦੇਣਾ, ਪਲੱਸ ਕਰ ਦੇਣਾ। ਦਿਸ ਇਜ਼ ਦ ਨੋਨ ਐਜ਼ ਮੀਨ ਆਪਰੇਟਰ। ਠੀਕ ਹੈ, ਹੁਣ ਇੱਥੇ ਮੈਨੇ ਕੀ ਕੀਤਾ ਸੀ, ਹਾਫ ਤਾਂ ਲਗਾਉਣਾ ਹੀ ਲਗਾਉਣਾ ਸੀ। 1 ਦੇ ਵਿੱਚ ਮੈਨੇ ਹਾਫ ਮਾਈਨਸ ਕੀਤਾ, 1/2 ਆ ਗਿਆ, ਔਰ 1 ਦੇ ਵਿੱਚ ਮੈਨੇ ਹਾਫ ਨੂੰ ਪਲੱਸ ਕੀਤਾ, 3/2 ਆ ਗਿਆ। ਠੀਕ ਹੈ ਜੀ, ਦਿਸ ਆਪਰੇਟਰ ਇਜ਼ ਨੋਨ ਐਜ਼ ਮੀਨ ਆਪਰੇਟਰ।
ठीक है। तो इन्हां बारे नॉलेज होनी जरूरी है कि शिफ्ट ऑपरेटर की होंगे है, मीन ऑपरेटर की होंगे है, सिंबल किहदा की है, वो सारा कुछ। ठीक है। सिंबल की अगर आप गल करिए तो दिस इज़ फॉरवर्ड, दिस इज़ बैकवर्ड, दिस इज़ सेंट्रल, दिस इज़ शिफ्ट ऑपरेटर और दिस इज़ मीन ऑपरेटर। क्लीयर है ये चीज़। ठीक है। तो नैक्सट अगर गल करिए तो ऑल्सो नोन एज एवरेज ऑपरेटर। हुणी मैं तुहानूं कहा कि तुसीं इसनूं एवरेज ऑपरेटर भी बोल सकते हो। ठीक है। तो तुसीं इत्थे देख पा रहे हो। ठीक है। हाईलाइट कर लो, इसनूं क्लीयरली दिख जाएगा। बिल्कुल यही चीज़ है। ठीक है। नैक्सट अगर गल करिए इस तो बाद आपां की करना है, रिलेशनस दे विचों भी मतलब बहुत आपां कह सकते इंपोर्टेंट है। रिलेशनस हुण आपां देखने हैं, रिलेशनस किहदे नाल किहदा किवें है। ठीक है। हुण वो सारा कुछ आपां इहदे विच स्टडी करना है, किहदे नाल किवें कहण दा मतलब ये है कि फॉरवर्ड दा शिफ्ट नाल किद्दां उसनूं आपां सॉल्व कर सकते हैं। रिलेशन बिटवीन ऑपरेटर्स, ऑपरेटर आपां 5 पढ़े हैं, हुणी मैं तुहानूं इत्थे लिख के भी दिखाए सी। ठीक है। आ देखो कि फॉरवर्ड, बैकवर्ड, शिफ्ट, सेंट्रल, शिफ्ट एंड मीन, इन्हां पंजां दे आपस विच की रिलेशन है। पहला आप इदा करते हैं, फॉरवर्ड का निकालते हैं ये नाल। ठीक है। बैकवर्ड का निकालते हैं ये नाल, सेंट्रल का निकालते हैं ये नाल, मीन का निकालते हैं ये नाल। सारिਆਂ ਦੇ ਪਹਿਲਾਂ ये नाल ਆਪਾਂ ई मीन टू से शिफ्ट ऑपरेटर ਦੇ नाल रिलेशन देखते हैं। ठीक है। तो बिल्कुल सब तो पहले तो आप देख पा रहे हैं रिलेशन बिटवीन फॉरवर्ड एंड शिफ्ट ऑपरेटर। हुण इन्हें थोड़ा ध्यान नाल समझियो। ठीक है। तो अगर गल करिए फॉरवर्ड तो शिफ्ट ऑपरेटर की, तो फॉरवर्ड तो शिफ्ट ऑपरेटर के विच की रिलेशन है। पहला तो मैं कल्ला फॉरवर्ड लै लैनी हाँ। कल्ले फॉरवर्ड मैं किद्दां लिख सकती हाँ, जिवें कि मेरे को इत्थे देखो फॉरवर्ड बाई आर है, फॉरवर्ड जाना है जी। फॉरवर्ड मतलब मैंने एक स्टैप अगे जाना पएगा, मतलब मैं इसमें किद्दां लिखांगी बाई आर प्लस 1 माइनस बाई आर, एक स्टैप अगे जाके इद्दां ही लिखांगे ना आपां। ठीक है। तो फॉरवर्ड जाके फिर वापस उस पोजीशन पर आई हाँ मैं। हुण देखो ये देखो इदा तो मैं इन्हें तो इद्दां ही लिख लैनी हाँ। ठीक है। हुण वाई आर प्लस 1 है, मैं तुहानूं जो शिफ्ट ऑपरेटर दस्सिया सी उदों की दस्सिया सी कि ई दी पावर कुछ भी है, लाइक कुछ भी है, और वाई, ठीक है, इत्थे सॉरी एन आएगा, इत्थे आर आएगा, कोई फर्क नहीं पैंदा वैसे तो वो। ठीक है। तो इसनूं मैं इस तरीके नाल आर प्लस एन लिख सकती हाँ। दिस इज़ शिफ्ट ऑपरेटर, यही दस्सिया सी ना मैं। हुण इस चीज़ नूं अगर आपां इत्थे ध्यान नाल देखिए, जेकर मैं इसनूं ब्रेक करा, ब्रेक मीन टू से इसनूं तोड़ा, तो मेरे कोल की बनेगा, इत्थे मैं लिख सकती हाँ ई दी पावर 1 बाई आर। क्लीयर है ये चीज़। ठीक है। क्योंकि जेकर मैं इसनूं ऊपर लेके जाऊँगी तो शिफ्ट ऑपरेटर लगाता आर प्लस 1 ही तो बन गया, कोई फर्क नहीं पैंदा। वाई आर मेरे को एज इट इज़ आ गया। ठीक है। तो मैंने की किया, ये एज इट इज़ है, ये मैंने वाई आर कॉमन निकाल लिया, मेरे को पीछे की रह गया ई पावर 1 माइनस, देखो हुण वाई आर नाल वाई आर गया तो मेरे को मेरा रिलेशन आ गया, फॉरवर्ड किहदे कोल आ गया ई 1 अपॉन, या फिर कल्ला तुसीं की लिख सकते हो ई माइनस 1, ई माइनस 1 मीन टू से शिफ्ट ऑपरेटर माइनस 1। ठीक है। तो यह अपना रिलेशन किहदे विच आ जाता है, यह अपना रिलेशन आ जाता है शिफ्ट ऑपरेटर दे विच एंड फॉरवर्ड दे विच। क्वेश्चन बनते हैं। ठीक है। तो क्वेश्चन बनते हैं इत्थों, इन्होंने अपने माइंड दे विच रखो। ठीक है। इन्ना ईजी नहीं है, थोड़ा लिख के देखोगे हो जाऊगा, बाकी जो थोड़ा प्रूफ करना आंदा फिर खुद प्रूफ करके देखोगे एक बारी, हो जाना है आराम नाल। ठीक है। सैकेंड अगर गल करिए, हुण आपां कर रहे हैं बैकवर्ड एंड शिफ्ट ऑपरेटर दे विच। फर्स्ट हो गया अपना, हुण सैकेंड करते हैं बैकवर्ड एंड शिफ्ट ऑपरेटर। हुण बैकवर्ड नूं मैं किद्दां लिखांगी, बैकवर्ड मेरे कोल की होएगा, जिस जगह ते मैं हाँ उस तो एक प्लेस बैकवर्ड जाना। क्लीयर है। ठीक है। हुण इत्थे ए एज इट इज़ आ जाएगा, ए भी एज इट इज़ आ जाएगा। इसनूं अगर मैं शिफ्ट दे विच लिखण दी कोशिश करा तो किद्दां लिखांगे ई दी पावर माइनस 1 बाई आर, यही लिखा जाएगा ना, क्योंकि जो मैं इसका अप्लाई करांगी, क्योंकि मैंने दसिया कि एन इंटीजर है, एन की वैल्यू -1 भी हो सकती है, सो ई दी पावर -1 हो सकती है, उसका कोई चक्कर नहीं है। ठीक है। तो यही इस तरीके नाल लिखा जाएगा। हुण इत्थे की होएगा बैकवर्ड, इत्थे मैंने वाई आर कॉमन निकाल लिया, मेरे को की बन गया 1 माइनस शिफ्ट ऑपरेटर पावर -1, वाई आर गया, और बैकवर्ड मेरे को की आ गया 1 माइनस दिस 1। सो ये मेरे को किहदे विच रिलेशन आ गया, ये मेरे को रिलेशन आ गया जी बैकवर्ड दे विच एंड शिफ्ट ऑपरेटर दे विच। ठीक है। तो तुसीं इत्थे देख सकते हो दोनों जो रिलेशन ने आपां हुणी प्रूफ किए हैं। ठीक है। थर्ड भी आपां खुद करांगे, थर्ड भी अगर तुसीं चाहो तो एक बार वीडियो पोस्ट करके मेरे सॉल्वेशन करन तो पहला खुद कर सकते हो, ताकि तुहानूं क्लीयर जा हो जाए कि किस तरीके नाल आपां इन्हां दे रिलेशन नूं प्रूफ कर रहे हैं। ठीक है। बाकी याद तुसीं यही चीज़ां रखनियां। ठीक है, जो मैंने हाईलाइट कीतियां होईयां। अगे इस तो बाद आपां करन लगे सी एवरेज दे विच। ठीक है जी। और वेट एवरेज तो पहला मे बी सेंट्रल है ना,
नो दिस इज सेंट्रल, मेरी तो गलती हुई है इतनी थोड़ी जी, तो इतने सेंट्रल आएगा। ठीक है, तो बिल्कुल सेंट्रल एंड शिफ्ट ऑपरेटर दे विच। ठीक है, तो सेंट्रल एंड शिफ्ट ऑपरेटर दे विच आपां की करना है, रिलेशन नूं प्रूफ करना है। तो सेंट्रल नूं ले लैंदे आ, की फर्क पैंदा है। हुण जदों मैंने सेंट्रल लिया, सेंट्रल मैंने देखा कि वाई आर दे विच लवांगे। ठीक है, तो ये जो आप सॉल्व करांगे तो मेरे को की आएगा, हाफ नूं ऐड करांगे प्लस सॉरी माइनस हाफ नूं माइनस करांगे, क्योंकि आप सेंटर च रहना है। हाफ नूं ऐड कर दो, हाफ नूं माइनस कर दो, कोई फर्क नहीं पैंदा, क्योंकि सेंट्रल ऑपरेटर यही कहता है। ठीक है, इस तो बाद अगर गल करिए हुण इहदे विच जो मैं ऑपरेटर नूं सॉल्वेशन करूँगी तो मेरे को की आ जाएगा, सेंट्रल तो इदां ही पिया ना, ये मैं लिख सकती हाँ ई पावर 1/2 वाई आर माइनस ई पावर -1/2 वाई आर। शिफ्ट ऑपरेटर तो इदां ही लगेगा ना ये। ठीक है जी, अगे अगर आप गल करिए सेंट्रल, ठीक है जी, ये मैंने वाई आर कॉमन निकाल दिया तो मेरे को की बन गया, शिफ्ट ऑपरेटर हाफ माइनस शिफ्ट ऑपरेटर माइनस हाफ। ठीक है, तो वाई आर कैंसल, सेंट्रल के आ गया, this one is the relation between shift operator and central operator, you can see this। ठीक है, किन्नी ईजीली आप इन्ना सारी चीज़ों कर पा रहे हैं और कितना ईजी है सारा कुछ याद रखना। सेंटर है, हाफ तो इंपॉर्टेंट रोल है, हाफ ऐड करते हैं, हाफ माइनस करते हैं, तो हाफ तो आएगा ही आएगा, क्योंकि सेंटर के फॉर्मूला भी माइनस होंगे तो इत्थे भी माइनस आऊगा। ठीक है, तो इस तरीके नाल आपां कुछ भी इन्ना कोई वो नहीं है कि आप याद नहीं रख सकते। दोबारा दस रही हूँ, बड़ा ईजी है सारा कुछ। ठीक है, नैक्सट अगर गल करिए सॉरी आफ्टर दैट जो फोर्थ रिलेशन अपने सामने है वो है एवरेज एंड शिफ्ट ऑपरेटर दे नाल। एवरेज एंड शिफ्ट ऑपरेटर दे विच की रिलेशन है, तो बिल्कुल एवरेज ले लैंदे आ की दी वाई आर दी। ठीक है, तो मेरे अकॉर्डिंग इसनूं तुसीं खुद सॉल्व करके देखो, बट स्टिल आपां तां करांगे, वीडियो नूं पॉज कर लियो खुद सॉल्व करन तो पहला। तो हाफ तो लगेगा ही लगेगा जो आप एवरेज नूं सॉल्व कर रहे हैं। ठीक है, तो पिछे की रह जाता है वाई आर दे विच मैं हाफ नूं ऐड करांगी और आर दे विच मैं हाफ नूं की करांगी, सबट्रैक्ट करांगी। तो एक चीज़ तो मैंने क्लीयर होगी कि म्यू वाई आर मेरे को कितना आएगा 1/2 वाई आर ई पावर 1/2 प्लस वाई आर ई पावर -1/2। शिफ्ट ऑपरेटर आप अप्लाई किया। ठीक है, तो जो मैं वाई आर कॉमन निकाल के कैंसिल करांगी तो मेरे को म्यू मीन टू से एवरेज ऑपरेटर कितना आ जाएगा, दिस वन इज़ नोन एज एवरेज ऑपरेटर। हुण तुसीं इन्हां नूं याद किवें रखना है, एक बार सारे आपां इकट्ठे लिख के देखते हैं, याद किवें रखदे हैं उसके मैथड नूं देखते हैं कि किवें इन्हां नूं याद रखना है। ठीक है, जेकर भी ज़्यादा डिफिकल्टी भी ना होवे तो देखो अपने देखो फॉरवर्ड एंड ई दे विच किद्दां याद रखना है। फॉरवर्ड ते ई दे विच की है, शिफ्ट दे विच की है, फॉरवर्ड ते शिफ्ट दे विच तो कुछ है ही नहीं। फॉरवर्ड किहदे इक्वल है, शिफ्ट -1। फॉरवर्ड है ना, शिफ्ट ने अगे ही रहना है। ठीक है जी, गल करिए अगर आप बैकवर्ड दी गल करिए अगर आप बैकवर्ड एंड शिफ्ट ऑपरेटर दी, तो बैकवर्ड और शिफ्ट ऑपरेटर की होएगा, बैकवर्ड इज इक्वल टू 1 माइनस ई पावर -1। बैकवर्ड है ना, तो शिफ्ट ऑपरेटर की होएगा पिछे होएगा। इस तरीके नाल तुसीं अपने माइंड च रख सकते हो। ठीक है, मैं तो बस दसन की कोशिश कर रही हूँ, अगर तुहानूं कोई होर मैथड ईजी लगता तुसीं उद्दां रख लो। सेंट्रल एंड शिफ्ट ऑपरेटर किद्दां रखांगे जी अपने माइंड दे विच। हुण सेंट्रल का मैनूं पता है की हुंदा है, सेंट्रल की अगर मैं गल करा तो मैनूं पता है हाफ ऐड होएगा और हाफ माइनस भी होएगा, और इन्हां दे फॉर्मूले दे विच भी की हुंदा है, माइनस हुंदा है। ठीक है, दिस इज़ द सेंटर। अगर मैं गल करा एवरेज दी, एवरेज एंड शिफ्ट ऑपरेटर दी, तो एवरेज एंड शिफ्ट ऑपरेटर दी अगर मैं गल करा, मैनूं पता है जो मैं एवरेज ऑपरेटर लगानी हाँ हाफ दे विच 2 तो आएगा ही आएगा, क्योंकि एवरेज ऑपरेटर आपां पढ़िया सी कि 1/2 तो लगना ही लगना, तो 2 तो लगेगा ही। ठीक है, और विच एडिशन हुंदी है, एडिशन हुंदी है, बाकी सारा किहदी तरह आपां देख पा रहे हैं, सेंट्रल की तरह। ठीक है, तो ये हो गया मेरे को की हो गया, सेंट्रल हो गया। ठीक है जी, तो इस तरीके नाल तुसीं अपने माइंड च रख सकते हो। इस तो इलावा कुछ होर ने, ठीक है, जिन्हां दे आपस दे विच रिलेशन बनते हैं। ठीक है, हुण फॉर एग्जाम्पल फॉरवर्ड दा बैकवर्ड दे नाल, सेंट्रल दा फॉरवर्ड दे नाल, इस तरीके नाल वो देख लैंदे आपां। देखो मैं तुहानूं इत्थे दस्सिया सी आ चीज़, ठीक है, और बैकवर्ड मैनूं पता है इस दे इक्वल हुंदा है। ठीक है, जेकर जो मैं इन्हां दोनों नूं सॉल्व करांगी तो मेरे को की आएगा, फॉरवर्ड इज इक्वल टू शिफ्ट इनटू बैकवर्ड। ठीक है, हुणे सॉल्वेशन तुसीं खुद करोगे। ठीक है, तुसीं सॉल्व कर लो, बड़ी ईजीली हो जाना, ये कोई इदा नहीं है कि होना नहीं है। ठीक है, क्योंकि जो मैं 1 माइनस ई दी पावर इत्थे आप इदा लिखांगे तो इसनूं जो सॉल्व करांगे, ठीक है, उसकी जो वैल्यू होएगी वो पुट चलो कर ही लैंदे आ, इन्ना की सोचना। हुण देखो जो बैकवर्ड है वो मैनूं पता है कि 1 - 1/e दे इक्वल आएगा। ठीक है, तो मेरे को की बन जाएगा e - 1/e बन गया,
और यदि अगर मैं गल करा E-1 मेरे को किहदे इक्वल हुंदा फॉरवर्ड दे इक्वल हुंदा अपॉन E, ठीक है। तो मेरे को की बन गया बैकवर्ड इज इक्वल टू फॉरवर्ड अपॉन शिफ्ट ऑपरेटर। तो इत्थों मैंने की पता लग गया कि जो फॉरवर्ड ऑपरेटर है वो शिफ्ट ऑपरेटर इंटू बैकवर्ड होएगा। तो इस तरीके ना सिंपल सॉल्यूशन करके मैंने इन्होंने दोनों के विच रिलेशन कर दिया। सिमिलरली इन्होंने दोनों के विच जो रिलेशन होएगा वो की होएगा सेंट्रल इज इक्वल टू रूट शिफ्ट ऑपरेटर इंटू बैकवर्ड, ठीक है। और इन्होंने दोनों के विच जो रिलेशन होएगा वो की होएगा फॉरवर्ड इज इक्वल टू तुसी किवें भी सॉल्व करके कट सकते हो, ठीक है, सेंटर, ठीक है। तो इस तरीके नाल आपस दे विच रिलेशन आप सॉल्व करके निकाल सकते हैं। और बिल्कुल सिंपल जी कैलकुलेशन इदा नहीं है कि तो हो नहीं सकता। तो तुसी मेन चीज़ां अपनियां याद रखनियां ने, ठीक है। बिल्कुल ये टॉपिक जो है कंप्लीट हो चुका है। बिल्कुल एक लास्ट चीज़ रह गई है, लास्ट टॉपिक आप कहांगे सब टॉपिक उन्होंने आप डिस्कस करते हैं। फिर उस तो बाद आप MCQs वाल बढ़ांगे कल नूं, ठीक है। तो देखते हैं फर्स्ट प्रिंसीपल रूल की कहता है। देखो आपको पता है कि y कोई ना कोई फंक्शन होगा, फंक्शन ऑफ x होगा, ठीक है। ध्यान नाल सुनो, इंपॉर्टेंट है भी। तो y इज इक्वल टू फंक्शन ऑफ x होगा, ठीक है। हुण मैनू पता है मैं की किया इनू 1 लेट कर लिया, ठीक है। अगर मैं ये फॉरवर्ड y ऐड कर रही हाँ तो ये तो कुछ ना कुछ ऐड होएगा ना, कुछ डिफरेंस ऐड होएगा ना। इन्हें मैं 2 लेट कर लिया, दोनों का सबट्रैक्ट करांगे, दोनों का सबट्रैक्ट करके मेरे को की है की बन जाएगा फॉरवर्ड y इज इक्वल टू फंक्शन ऑफ x प्लस h माइनस फंक्शन ऑफ x, ठीक है। और यही चीज़ मैं तुहानू प्रूफ करना चाहनी हाँ कि और इनू मैं की लिख सकती हाँ फंक्शन ऑफ x लिख सकती हाँ ना। तो मैं लिख सकती हाँ फंक्शन ऑफ x प्लस h माइनस फंक्शन ऑफ x। ये चीज़ मैंने प्रूफ करनी सी। ਇਹਦਾ मतलब की है, ਇਹਦਾ मतलब तो कुछ एग्जाम्पल्स नाल देख लैंने आ। जिमें कि मैं तुहानू कहां इत्थे x दी कुछ वैल्यूज़ ने लाइक x प्लस h हो गया, x प्लस 2h हो गया, x प्लस 3h इन्ना सफिशेंट है। इत्थे फंक्शन ऑफ x दी कुछ वैल्यूज़ ने तो मेरे को की होएगा फंक्शन ऑफ x होएगा ना, फंक्शन ऑफ x प्लस 2h होएगा और फंक्शन ऑफ x प्लस 3h होएगा कि वैल्यू तो मैंने x दी सेम ही लेनी है ना। हुण अगर गल करा इन्हां दोनों का जो डिफरेंस है वो की होएगा, ठीक है। इन्हां दोनों का जो डिफरेंस है वो मेरे को कहलवाएगा फॉरवर्ड फंक्शन x प्लस h। टेबल दे विच आपां फॉरवर्ड टेबल दे विच की कीता सी, फॉरवर्ड टेबल दे विच यही कीता सी ना कि इन्हां दोनों का माइनस करांगे तो मेरे को ये चीज़ आएगी इंटू फॉरवर्ड, ठीक है। तो मेरे कहने का मतलब यही है कि बाई चांस थोड़ा इदा कोई आ जाता है लाइक कि कोई फंक्शन दिता होया तुसीं उहदे उपर फॉरवर्ड लगाना है, जिवें फॉरवर्ड किसी भी फंक्शन उपर हो सकता है, कोस एक्स उपर हो सकता है। तो तुसीं इहदे विच फॉरवर्ड किवें लगाओगे, इहदे विच फॉरवर्ड लगाओगे कोस एक्स प्लस एच, ठीक है, माइनस कोस एक्स, इस तरीके नाल, ठीक है। वो तो जो आप एग्जाम्पल्स करांगे उदों हो जाना, ठीक है। तो बाकी जिवें हुण तुसीं लगा लो कोई भी एग्जाम्पल सॉल्व करके तुसीं देख सकते हो, ठीक क्लीयर। तो जो आप MCQs करांगे, एग्जाम्पल्स करांगे, क्वेश्चनस करांगे तो तुहाडे सारे डाउट जिहड़े हैगे क्लीयर हो जाने हैं। इस तो इलावा पिछलियां 2 वीडियोज़ के नाल रिलेटेड जां अज दी वीडियो के नाल रिलेटेड कोई भी डाउट है तुसीं पुछ सकते हो, ठीक है। कमेंट कर सकते हो जो किस तरीके नाल भी तुसीं पुछ सकते हो, ठीक है। तो बिल्कुल तुहाडा जो डाउट है क्लीयर किया जाऊगा। तो बिल्कुल मिलते हैं फिर जो भी अपना टाइम होएगा आप सारा तुहाडे नाल शेयर कर दिता जाएगा कि किस तरीके नाल आपां कल क्लास लगानी है। दोबारा दस रही जेकर MCQs तुसीं अटैम्प्ट करोगे तो वधिया तरीके नाल प्रैक्टिस होएगी। उस तो पहले अपने टॉपिक जरूर क्लीयर कर लो, ठीक है। जेकर हाल तक तुसीं स्टार्ट नहीं किया तो स्टार्ट कर लो। तो इस तो बाद किहड़ा टॉपिक आपां स्टार्ट करिए उसके बारे भी थोड़े दस्सिओ मैनूं, ठीक है जी। तो बिल्कुल चलो नैक्सट वीडियो के विच देखते हैं, क्वेश्चनस नूं सॉल्व करते हैं तो डिटेल दे विच करांगे, ठीक है। तो चलो जेकर पसंद आई वीडियो, सारा कुछ समझ आया, डिटेल दे विच क्लीयर होया, अच्छा लग्या तो प्लीज़ शेयर करो, ठीक है, ताकि जो तैयारी कर रहे हैं मास्टर कैडर दी कर सकन अच्छे तरीके नाल। और लाइक तो सबसक्राइब जरूर करो जेकर तुसीं पहली बार आए हो इस वीडियो के उपर, ठीक है। यूजफुल होगी तुहाडे लई, क्लीयर। तो चलो फिर मिलते हैं नैक्सट वीडियो के विच ते क्वेश्चनस नूं करांगे बहुत सारे सॉल्व, ठीक है जी। थैंक यू।